शान ਤਾਂ ਸਤਰਾਜਿਤ ਰਾਜੇ ਨੇ ਸੋਚਿਆ ਕਿ ਭਗਵਾਨ ਕ੍ਰਿਸ਼ਨ ਨੇ ਨਾ ਇਸ ਮਣੀ ਦੀ ਮੇਰੇ ਕੋਲੋਂ ਮੰਗ ਕੀਤੀ ਸੀ, ਕਿਤੇ ਕ੍ਰਿਸ਼ਨ ਨੇ ਇਹ ਮਣੀ ਨੂੰ ਪ੍ਰਾਪਤ ਕਰਨ ਲਈ ਮੇਰੇ ਭਰਾ ਦੀ ਹੱਤਿਆ ਤਾਂ ਨਹੀਂ ਕਰ ਦਿੱਤੀ। ਮਨ ਦੇ ਵਿੱਚ ਸੋਚ ਰਿਹਾ ਹੈ। ਆਪਣੀ ਪਤਨੀ ਦੇ ਕੋਲ ਗਿਆ, ਪਤੀ ਨੂੰ ਕਿਹਾ ਕਿ हे ਭਾਗਿਆਵਾਨ, ਮੈਂ ਤੈਨੂੰ ਇੱਕ ਗੱਲ ਦੱਸਦਾ ਹਾਂ, ਤੂੰ ਉਹ ਗੱਲ ਕਿਸੇ ਨੂੰ ਦੱਸਣੀ ਨਹੀਂ। ਮੈਨੂੰ ਪੂਰਨ ਵਿਸ਼ਵਾਸ ਤਾਂ ਨਹੀਂ, ਪਰ ਮੈਨੂੰ ਲੱਗਦਾਗਾ ਕਿ ਭਗਵਾਨ ਨੇ ਉਸ ਮਣੀ ਨੂੰ ਪ੍ਰਾਪਤ ਕਰਨ ਦੇ ਲਈ ਮੇਰੇ ਭਰਾ ਪ੍ਰਸ਼ੇਨ ਦਾ ਵਧ ਕਰ ਦਿੱਤਾ ਹੈ। ਜਦੋਂ ਮਾਤਾ ਦੇ ਕੰਨ ਦੇ ਵਿੱਚ ਇਹ ਗੱਲ ਪਈ ਤਾਂ ਮਾਤਾ ਦਾ ਸੁਭਾਅ ਹੁੰਦਾ ਹੈ ਕਿ ਛੇਤੀ ਛੇਤੀ ਉਹ ਗੱਲ ਨੂੰ ਪਚਾ ਨਹੀਂ ਸਕਦੀਆਂ। ਜਦੋਂ ਤੱਕ ਉਹ ਆਪਣੀ ਗੱਲ ਕਿਸੇ ਨੂੰ ਨਾ ਦੱਸ ਦੇਣ ਨਾ, ਤਾਂ ਉਹ ਗੱਲ ਉਹਨਾਂ ਦੇ ਅੰਦਰ ਪਰੇਸ਼ਾਨ ਕਰਦੀ ਰਹਿੰਦੀ ਹੈ ਉਹਨਾਂ ਨੂੰ। ਸਤਰਾਜਿਤ ਰਾਜੇ ਦੀ ਪਤਨੀ ਦੇ ਕੋਲ ਗਵਾਂਢਣ ਆਈ ਅਤੇ ਕਿਹਾ ਕਿ ਭੈਣੇ, ਮੈਂ ਤੈਨੂੰ ਇੱਕ ਰਾਤ ਦੀ ਗੱਲ ਦੱਸਦੀ ਆਂ। ਮੇਰੇ ਪਤੀ ਦੇਵ ਨੇ ਦੱਸੀ ਆ, ਪਰ ਤੂੰ ਇਹ ਗੱਲ ਕਿਸੇ ਨੂੰ ਦੱਸਣੀ ਨਹੀਂ। ਬੜੇ ਰਾਜ ਦੀ ਗੱਲ ਹੈ। ਮੈਨੂੰ ਲੱਗਦਾ ਹੈ ਮੇਰੇ ਪਤੀ ਦੇਵ ਨੇ ਦੱਸਿਆ ਹੈ ਕਿ ਜੋ ਮੇਰਾ ਦੇਵਰ ਹੈ ਉਸ ਦੀ ਹੱਤਿਆ ਨਾ ਭਗਵਾਨ ਕ੍ਰਿਸ਼ਨ ਨੇ ਕਰਵਾ ਦਿੱਤੀ ਹੈ। ਜੋ ਸਾਡੇ ਕੋਲ ਮਣੀ ਸੀ ਉਸ ਨੂੰ ਪ੍ਰਾਪਤ ਕਰਨ ਦੇ ਲਈ। ਇਸ ਪ੍ਰਕਾਰ ਉਸਨੇ ਆਪਣੇ ਗਵਾਂਢਣ ਨੂੰ ਦੱਸ ਦਿੱਤਾ ਤਾਂ ਗਵਾਂਢਣ ਦੇ ਵੀ ਗੱਲ ਨਹੀਂ ਪਚੀ। ਉਸਨੇ ਇੱਕ ਇੱਕ ਕਰਕੇ ਹੋਰ ਮਾਤਾਵਾਂ ਨੂੰ ਗੱਲ ਦੱਸੀ। ਇਸ ਪ੍ਰਕਾਰ ਕਰਦੇ ਕਰਦੇ ਪੂਰੇ ਰਾਜਿਆਂ ਦੇ ਵਿੱਚ ਇਹ ਖਬਰ ਫੈਲ ਚੁੱਕੀ ਸੀ ਕਿ ਭਗਵਾਨ ਕ੍ਰਿਸ਼ਨ ਨੇ ਉਸ ਸਤਰਾਜਿਤ ਜੋ ਰਾਜਾ ਹੈ ਉਸ ਦੇ ਕੋਲ ਜੋ ਮਣੀ ਹੈ ਉਸ ਨੂੰ ਪ੍ਰਾਪਤ ਕਰਨ ਲਈ ਉਸ ਦੇ ਭਰਾ ਪ੍ਰਸੇਨ ਦਾ ਵਧ ਕਰ ਦਿੱਤਾ ਹੈ, ਹੱਤਿਆ ਕਰ ਦਿੱਤੀ ਹੈ। ਆਪਣੇ ਰਾਜ ਮਹਿਲ ਦੇ ਵਿੱਚ ਬੈਠੇ ਨੇ। ਜਦੋਂ ਭਗਵਾਨ ਕ੍ਰਿਸ਼ਨ ਕਨਈਆ ਨੂੰ ਇਹ ਗੱਲ ਪਤਾ ਲੱਗੀ ਤਾਂ ਆਪਣੇ ਸੈਨਿਕਾਂ ਨੂੰ ਲੈ ਕੇ ਉਸ ਮਣੀ ਦੀ ਖੋਜ ਦੇ ਵਿੱਚ ਨਿਕਲ ਗਏ। ਜਿਵੇਂ ਹੀ ਉਸ ਮਣੀ ਦੀ ਖੋਜ ਦੇ ਵਿੱਚ ਨਿਕਲੇ, ਜਿਸ ਰਾਸਤੇ ਉਹ ਰਾਜੇ ਦਾ ਭਰਾ ਗਿਆ ਸੀ, ਉਹਨਾਂ ਦੇ ਪੈਰਾਂ ਦਾ ਪਿੱਛਾ ਕਰਦੇ ਕਰਦੇ ਜਿਵੇਂ ਜੰਗਲ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਰਾਜੇ ਦੇ ਭਰਾ ਦਾ ਜੋ ਪੰਚ ਭੌਤਿਕ ਸਰੀਰ ਹੈ ਉਹ ਪਿਆ ਹੈ। ਉੱਥੋਂ ਹੀ ਇੱਕ ਸਿੰਘ ਦੇ ਪੈਰ ਦਿਖਾਈ ਦਿੱਤੇ। ਉਸ ਸਿੰਘ ਦੇ ਪੈਰਾਂ ਦਾ ਪਿੱਛਾ ਕਰਦੇ ਕਰਦੇ ਸਿੰਘ ਦੀ ਲਾਸ਼ ਜਦੋਂ ਦੇਖੀ, ਪੰਚ ਭੌਤਿਕ ਸਰੀਰ ਨੂੰ ਦੇਖਿਆ, ਤਾਂ ਉੱਥੋਂ ਭਾਲੂ ਦੇ ਪੈੜਾਂ ਦੇ ਨਿਸ਼ਾਨ ਨੂੰ ਦੇਖਦੇ ਦੇਖਦੇ ਇੱਕ ਗੁਫਾ ਦੇ ਵਿੱਚ ਜਾ ਪਹੁੰਚੇ। ਜਦੋਂ ਉਸ ਗੁਫਾ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਇੱਕ ਛੋਟੀ ਜੀ ਕੰਨਿਆ। ਉਸ ਛੋਟੀ ਜੀ ਕੰਨਿਆ ਦੇ ਗਲੇ ਦੇ ਵਿੱਚੋਂ ਮਣੀ ਧਾਰਨ ਕੀਤੀ ਹੋਈ ਹੈ। ਉਸ ਕੰਨਿਆ ਦੇ ਮਣੀ ਧਾਰਨ ਕੀਤੀ ਹੋਈ ਹੈ। ਭਗਵਾਨ ਨੇ ਉਸ ਮਣੀ ਨੂੰ ਪ੍ਰਾਪਤ ਕਰਨ ਦੇ ਲਈ ਮੰਗ ਕੀਤੀ ਤਾਂ ਉਸੇ ਸਮੇਂ ਜੋ ਇਹ ਭਾਲੂ ਹੈ ਜਾਮਵੰਤ ਜੀ ਨੇ ਭਗਵਾਨ ਦੇ ਉੱਤੇ ਹਮਲਾ ਕਰ ਦਿੱਤਾ। ਕਿੰਨੇ ਦਿਨਾਂ ਤੱਕ ਭਿਆਨਕ ਯੁੱਧ ਹੋਇਆ। ਜਦੋਂ ਜਾਮਵੰਤ ਜੀ ਨੇ ਆਪਣੇ ਭਗਵਾਨ ਦੀ ਛਾਤੀ ਦੇ ਉੱਤੇ ਬ੍ਰਾਹਮਣ ਦੇ ਚਰਨ ਚਿੰਨ੍ਹ ਦਿਖਾਈ ਦਿੱਤੇ ਤਾਂ ਉਸੇ ਸਮੇਂ ਚਰਨਾਂ ਦੇ ਵਿੱਚ ਡਿੱਗ ਗਿਆ ਤੇ ਕਹਿਣ ਲੱਗਿਆ, ਮਹਾਰਾਜ, ਮੈਂ ਤੁਹਾਨੂੰ ਪਹਿਚਾਣ ਲਿਆ ਹੈ। ਤੁਸੀਂ ਮੇਰੇ ਰਾਜਾ ਰਾਮ ਹੋ। ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਤਾਂ ਭਗਵਾਨ ਕਹਿਣ ਲੱਗੇ, ਜੋ ਇਹ ਮਣੀ ਹੈ ਨਾ, ਇਹ ਮਣੀ ਮੈਨੂੰ ਚਾਹੀਦੀ ਹੈ। ਇਸ ਦੇ ਕਾਰਨ ਸਮਾਜ ਦੇ ਵਿੱਚ ਮੈਨੂੰ ਕਲੰਕ ਲੱਗ ਚੁੱਕਿਆ ਹੈ। ਤਾਂ ਜਾਮਵੰਤ ਜੀ ਕਹਿਣ ਲੱਗੇ, ਇਹ ਮਣੀ ਤਾਂ ਮੈਂ ਤੁਹਾਨੂੰ ਦੇ ਦੇਵਾਂ, ਪਰ ਤੁਹਾਨੂੰ ਪਤਾ ਹੈ ਕਿ ਇਹ ਮੇਰੀ ਪੁੱਤਰੀ ਹੈ। ਜੋ ਪੁੱਤਰੀ ਨੂੰ ਉਪਹਾਰ ਦੇ ਵਿੱਚ ਕੋਈ ਵਸਤੂ ਦੇ ਦਿੱਤੀ ਜਾਵੇ ਤਾਂ ਉਹ ਵਾਪਿਸ ਨਹੀਂ ਲਈ ਜਾ ਸਕਦੀ। ਇਸ ਕਰਕੇ ਇਹ ਮਣੀ ਮੈਂ ਤੁਹਾਨੂੰ ਵਾਪਿਸ ਤਾਂ ਕਰ ਨਹੀਂ ਸਕਦਾ, ਪਰ ਹਾਂ, ਜੇਕਰ ਤੁਸੀਂ ਮੇਰੀ ਕੰਨਿਆ ਦੇ ਨਾਲ ਵਿਵਾਹ ਕਰ ਲਵੋ ਤਾਂ ਮੈਂ ਇਹ ਮਣੀ ਤੁਹਾਨੂੰ ਦੇ ਦੇਵਾਂਗਾ ਦਹੇਜ ਦੇ ਰੂਪ ਦੇ ਵਿੱਚ। ਤਾਂ ਉਸੇ ਸਮੇਂ ਜਾਮਵੰਤ ਜੀ ਨੇ ਆਪਣੀ ਕੰਨਿਆ ਦਾ ਵਿਵਾਹ
ਜੰਗਲ ਦੇ ਵਿੱਚ ਹੀ ਭਗਵਾਨ ਕ੍ਰਿਸ਼ਨ ਕਨਈਆ ਦੇ ਨਾਲ ਕਰਵਾ ਦਿੱਤਾ, ਜਿਸ ਕੰਨਿਆ ਦਾ ਨਾਮ ਜਾਮਵੰਤੀ ਸੀ। ਇਸ ਪ੍ਰਕਾਰ ਭਗਵਾਨ ਦਾ ਦੂਸਰਾ ਵਿਵਾਹ ਜੰਗਲ ਦੇ ਵਿੱਚ ਜਾਮਵੰਤ ਜੀ ਦੀ ਕੰਨਿਆ ਜਾਮਵੰਤੀ ਦੇ ਨਾਲ ਹੋਇਆ। ਮਣੀ ਨੂੰ ਵਾਪਿਸ ਲੈ ਕੇ ਆਏ ਅਤੇ ਸਤਰਾਜਿਤ ਜੋ ਰਾਜਾ ਹੈ ਉਸ ਨੂੰ ਸੌਂਪ ਦਿੱਤੀ ਅਤੇ ਕਿਹਾ, ਰਾਜਨ, ਜੇ ਅੱਗੇ ਤੋਂ ਇਹੋ ਜਿਹੇ ਕੋਈ ਦੋਸ਼ ਲਗਾਉਣਾ ਹੋਵੇ ਤਾਂ ਪਹਿਲਾਂ ਉਸ ਦੀ ਪਹਿਚਾਨ ਪਰਖ ਕਰ ਲੈਣੀ ਚਾਹੀਦੀ ਹੈ। ਤੂੰ ਕਹਿ ਦਿੱਤਾ ਕਿ ਕ੍ਰਿਸ਼ਨ ਕਨਈਆ ਨੇ ਇਸ ਨੂੰ ਚੁਰਾਇਆ ਹੈ। ਸਮਾਜ ਦੇ ਵਿੱਚ ਸਭ ਮੈਨੂੰ ਚੋਰ ਸਮਝਣ ਲੱਗ ਗਏ ਸੀ। ਲੋਕ ਕਹਿੰਦੇ ਸੀ ਇਹ ਤਾਂ ਬਚਪਨ ਦਾ ਹੀ ਚੋਰੀ ਕਰਨ ਦੀ ਆਦਤ ਹੈ, ਸ਼ਾਇਦ ਸੱਚਮੁੱਚ ਕਰ ਲਈ ਹੋਵੇਗੀ। ਜਦੋਂ ਸਭ ਦੇ ਸਾਹਮਣੇ ਭਗਵਾਨ ਨੇ ਉਹ ਮਣੀ ਲਿਆ ਕੇ ਰਾਜਾ ਸਤਰਾਜਿਤ ਨੂੰ ਦਿੱਤੀ ਤਾਂ ਚਰਨਾਂ ਦੇ ਵਿੱਚ ਡਿੱਗ ਗਿਆ, ਭਗਵਾਨ ਮੈਨੂੰ ਮਾਫ ਕਰਨਾ, ਮੇਰੇ ਤੋਂ ਬਹੁਤ ਵੱਡੀ ਗਲਤੀ ਹੈ। ਅਤੇ ਮਨ ਦੇ ਵਿੱਚ ਸੋਚਦਾ ਹੈ ਕਿ ਮੇਰੇ ਕਾਰਨ ਭਗਵਾਨ ਦੇ ਉੱਤੇ ਕਲੰਕ ਲੱਗ ਗਿਆ ਹੈ ਅਤੇ ਜਿੰਨੇ ਵੀ ਪ੍ਰਜਾ ਹੈ ਸਾਰੀ ਹੀ ਪ੍ਰਜਾ ਮੈਨੂੰ ਬਹੁਤ ਮਾੜਾ ਬੋਲ ਰਹੀ ਹੈ। ਜੇਕਰ ਮੈਂ ਕੋਈ ਨਾ ਉਪਾਏ ਕੀਤਾ, ਉਮਰ ਭਰ ਮੈਨੂੰ ਭਗਵਾਨ ਦਾ ਦਵੇਸ਼ੀ ਕਹਿ ਕੇ ਲੋਕ ਬੁਲਾਉਣਗੇ। ਤਾਂ ਸਤਰਾਜਿਤ ਦੀ ਕੰਨਿਆ ਸੀ ਸਤਿਆਭਾਮਾ, ਉਸ ਦਾ ਵਿਵਾਹ ਸਤਰਾਜਿਤ ਰਾਜੇ ਨੇ ਭਗਵਾਨ ਦੇ ਨਾਲ ਕਰ ਦਿੱਤਾ। ਇਸ ਪ੍ਰਕਾਰ ਭਗਵਾਨ ਦਾ ਤੀਸਰਾ ਵਿਵਾਹ ਸਤਿਆਭਾਮਾ ਦੇ ਨਾਲ ਸੰਪੰਨ ਹੋਇਆ। ਇੱਕ ਵਾਰ ਭਗਵਾਨ ਕ੍ਰਿਸ਼ਨ ਹਸਤਿਨਾਪੁਰ ਤੋਂ ਪਹੁੰਚੇ, ਜਮਨਾ ਜੀ ਦੇ ਕਿਨਾਰੇ ਇਸ਼ਨਾਨ ਕਰਨ ਲੱਗੇ ਤਾਂ ਉਹਨਾਂ ਨੇ ਇੱਕ ਕੰਨਿਆ ਨੂੰ ਦੇਖਿਆ ਜੋ ਜਮਨਾ ਜੀ ਦੇ ਵਿਚਕਾਰ ਖੜੀ ਹੋ ਕੇ ਤਪ ਕਰ ਰਹੀ ਹੈ। ਜਦੋਂ ਅਰਜੁਨ ਨੂੰ ਪੁੱਛਿਆ ਕਿ ਇਹ ਦੇਵੀ ਕੌਣ ਹੈ, ਅਰਜੁਨ ਕੋਲ ਗਿਆ ਅਤੇ ਅਰਜੁਨ ਨੇ ਪੁੱਛਿਆ ਕਿ ਤੁਸੀਂ ਕੌਣ ਹੋ? ਤਾਂ ਉਹ ਕੰਨਿਆ ਕਹਿਣ ਲੱਗੀ, ਮੇਰਾ ਨਾਮ ਕਾਲਿੰਦੀ ਹੈ, ਮੈਂ ਸੂਰਿਆ ਦੀ ਪੁੱਤਰੀ ਹਾਂ। ਮੈਂ ਜਮਨਾ ਜੀ ਦੇ ਵਿੱਚ ਖੜ ਕੇ ਤਪ ਕਰ ਰਹੀ ਹਾਂ ਤਾਂ ਜੋ ਮੈਨੂੰ ਹਰੀ ਭਗਵਾਨ ਪਤੀ ਰੂਪ ਦੇ ਵਿੱਚ ਪ੍ਰਾਪਤ ਹੋਣ। ਭਗਵਾਨ ਕ੍ਰਿਸ਼ਨ ਕਨਈਆ ਦੇ ਕੋਲ ਅਰਜੁਨ ਗਏ, ਸਾਰੀ ਗੱਲ ਦੱਸੀ ਤਾਂ ਭਗਵਾਨ ਨੇ ਉਸੇ ਸਮੇਂ ਪਤਨੀ ਰੂਪ ਦੇ ਵਿੱਚ ਕਾਲਿੰਦੀ ਦੇ ਨਾਲ ਵਿਵਾਹ ਸੰਪੰਨ ਕੀਤਾ। ਇਸ ਪ੍ਰਕਾਰ ਭਗਵਾਨ ਦਾ ਚੌਥਾ ਵਿਵਾਹ ਸੂਰਿਆ ਪੁੱਤਰੀ ਕਾਲਿੰਦੀ ਦੇ ਨਾਲ ਸੰਪੰਨ ਹੋਇਆ। ਪੰਜਵਾਂ ਵਿਵਾਹ ਭਗਵਾਨ ਦਾ ਮਿੱਤਰ ਬ੍ਰਿੰਦਾ ਰਾਜਾ ਸੀ ਉਜੈਨ ਦਾ, ਉਸ ਦੇ ਦੋ ਪੁੱਤਰ ਬਿੰਦ ਅਤੇ ਅਨਬਿੰਦ ਸੀ ਅਤੇ ਕੰਨਿਆ ਸੀ ਮਿੱਤਰ ਬ੍ਰਿੰਦਾ। ਰਾਜਨੀਤਿਕ ਲਾਭ ਲੈਣ ਦੇ ਲਈ ਇਹਨਾਂ ਨੇ ਆਪਣੀ ਭੈਣ ਦਾ ਵਿਵਾਹ ਭਗਵਾਨ ਕ੍ਰਿਸ਼ਨ ਦੇ ਨਾਲ ਕੀਤਾ। ਇਸ ਪ੍ਰਕਾਰ ਭਗਵਾਨ ਦਾ ਪੰਜਵਾਂ ਵਿਵਾਹ ਮਿੱਤਰ ਬ੍ਰਿੰਦਾ ਦੇ ਨਾਲ ਸੰਪੰਨ ਹੋਇਆ। ਅਯੁੱਧਿਆ ਦੇ ਰਾਜਾ ਨਗਨਜਿੱਤ, ਜਿਨ੍ਹਾਂ ਦੀ ਪੁੱਤਰੀ ਦਾ ਨਾਮ ਸਤਿਆ ਸੀ, ਸੱਤਵਾਂ ਵਿਵਾਹ ਇਸ ਸਤਿਆ ਨਾਮ ਦੀ ਕੰਨਿਆ ਦੇ ਨਾਲ ਭਗਵਾਨ ਦਾ ਵਿਵਾਹ ਸੰਪੰਨ ਹੋਇਆ। ਕੈਕਈ ਰਾਜ ਦੀ ਕੰਨਿਆ ਭਦਰਾ ਸੀ, ਉਸ ਦੇ ਨਾਲ ਸੱਤਵਾਂ ਵਿਵਾਹ ਭਗਵਾਨ ਦਾ ਸੰਪੰਨ ਹੋਇਆ ਅਤੇ ਅੱਠਵਾਂ ਵਿਵਾਹ ਲਕਸ਼ਮਣਾ ਜੀ ਦੇ ਨਾਲ ਸੰਪੰਨ ਹੋਇਆ। ਇਸ ਪ੍ਰਕਾਰ ਅਲੱਗ-ਅਲੱਗ ਵਿਵਾਹ ਭਗਵਾਨ ਦੇ 8 ਅਲੱਗ-ਅਲੱਗ ਕੰਨਿਆ ਦੇ ਨਾਲ ਹੋਏ, ਪਰ ਇੱਕ ਹੀ ਸਮੇਂ ਭਗਵਾਨ ਦੇ 16,100 ਵਿਵਾਹ ਇੱਕ ਹੀ ਸਮੇਂ ਦੇ ਵਿੱਚ ਹੋਏ। ਇੱਕ ਨਰਕਾਸੁਰ ਨਾਮ ਦਾ ਰਾਖਸ਼ ਸੀ, ਉਹ ਜਿੰਨੇ ਵੀ ਰਾਜਿਆਂ ਨੂੰ ਜਿੱਤਦਾ ਹੋ ਉਹਨਾਂ ਦੀ ਕੰਨਿਆ ਦਾ ਹਰਨ ਕਰਕੇ ਆਪਣੇ ਮਹਿਲ ਦੇ ਵਿੱਚ ਲੈ ਜਾਂਦਾ ਸੀ। ਜਦੋਂ ਭਗਵਾਨ ਨੂੰ ਪਤਾ ਚੱਲਿਆ ਤਾਂ ਭਗਵਾਨ ਨੇ ਇਸ ਰਾਖਸ਼ ਦਾ ਵਧ ਕੀਤਾ ਤੇ ਉਹਨਾਂ ਕੰਨਿਆਵਾਂ ਨੂੰ ਇਸ ਰਾਖਸ਼ ਦੀ ਕੈਦ ਦੇ ਵਿੱਚੋਂ ਮੁਕਤ ਕਰਵਾਇਆ। ਜਦੋਂ ਮੁਕਤ ਕਰਵਾਇਆ ਤਾਂ ਇਹ ਕੰਨਿਆਵਾਂ ਕਹਿਣ ਲੱਗੀਆਂ ਕਿ हे ਪ੍ਰਭੂ, ਤੁਸੀਂ ਮੈਨੂੰ ਇਸ ਰਾਖਸ਼ ਤੋਂ ਤਾਂ ਕੈਦ ਦੇ ਵਿੱਚੋਂ ਬਾਹਰ ਕੱਢ ਲਿਆ ਹੈ,
ਪਰ ਸਮਾਜ ਦੇ ਵਿੱਚ ਹੁਣ ਸਾਨੂੰ ਕੋਈ ਵੀ ਇੱਜ਼ਤ ਮਾਣ ਦੇ ਨਾਲ ਨਹੀਂ ਰੱਖੇਗਾ, ਕਿਉਂਕਿ ਸਭ ਕਹਿਣਗੇ ਕਿ ਇਹ ਨਰਕਾਸੁਰ ਨਾਮ ਦੇ ਰਾਖਸ਼ ਦੇ ਵਿੱਚ ਕੈਦ ਹੋਈਆਂ ਸੀ। ਅਸੀਂ ਕਿਸ ਦੀ ਸ਼ਰਨ ਦੇ ਵਿੱਚ ਜਾਵਾਂਗੇ? ਅਸੀਂ ਚਾਹੁੰਦੇ ਹਾਂ ਕਿ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਈਏ। ਅਸੀਂ ਸਭ ਮਿਲ ਕੇ ਆਪ ਨੂੰ ਪਤੀ ਰੂਪ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹਾਂ। ਇਸ ਪ੍ਰਕਾਰ ਭਗਵਾਨ ਨੇ ਜੋ 16,101 ਕੰਨਿਆਵਾਂ ਨੇ ਇਹਨਾਂ ਦੇ ਨਾਲ ਉਸੇ ਸਮੇਂ ਵਿਵਾਹ ਸੰਪੰਨ ਕੀਤਾ। ਇਸ ਪ੍ਰਕਾਰ ਭਗਵਾਨ ਕ੍ਰਿਸ਼ਨ ਦੇ 16,108 ਵਿਵਾਹ ਸੰਪੰਨ ਹੋਏ। ਅਨੇਕ ਪ੍ਰਕਾਰ ਦੀਆਂ ਲੀਲਾਵਾਂ ਭਗਵਾਨ ਮਥੁਰਾ ਦੇ ਵਿੱਚ ਕੀਤੀਆਂ, ਦਵਾਰਕਾਪੁਰੀ ਦੇ ਵਿੱਚ ਕੀਤੀਆਂ। 16,108 ਜੋ ਭਗਵਾਨ ਦੀਆਂ ਪਤਨੀਆਂ ਨੇ, ਇਹਨਾਂ ਤੋਂ 10-10 ਪੁੱਤਰ ਭਗਵਾਨ ਦੇ ਪੈਦਾ ਹੋਏ। ਉਸ ਤੋਂ ਬਾਅਦ ਇਹਨਾਂ ਪੁੱਤਰਾਂ ਦੇ ਨਾਲ ਭਗਵਾਨ ਕਦੇ ਨਾ ਕਦੇ ਕੋਈ ਨਾ ਕੋਈ ਕ੍ਰੀੜਾ ਕਰਨ ਦੇ ਲਈ ਚਲੇ ਜਾਂਦੇ ਸੀ। ਇੱਕ ਦਿਨ ਭਗਵਾਨ ਆਪਣੇ ਪੁੱਤਰਾਂ ਦੇ ਨਾਲ ਖੇਡਣ ਦੇ ਲਈ ਜਦੋਂ ਗਏ ਤਾਂ ਇਹਨਾਂ ਨੇ ਸਭ ਭਗਵਾਨ ਆਪਣੇ ਪੁੱਤਰਾਂ ਦੇ ਨਾਲ ਖੇਡ ਰਹੇ ਨੇ। ਭਗਵਾਨ ਥੱਕ ਕੇ ਇੱਕ ਪਾਸੇ ਬੈਠ ਗਏ। ਆਪਣੇ ਪੁੱਤਰਾਂ ਨੂੰ ਆਦੇਸ਼ ਕੀਤਾ ਕਿ ਤੁਸੀਂ ਸਭ ਜਾ ਕੇ ਆਪਣੀ ਖੇਡ ਨੂੰ ਸ਼ੁਰੂ ਰੱਖੋ। ਸਭ ਮਿਲ ਕੇ ਖੇਡ ਰਹੇ ਨੇ ਇੱਕ ਗੇਂਦ ਦੇ ਨਾਲ। ਉਹ ਗੇਂਦ ਸੀ ਜੋ ਇੱਕ ਖੂਹ ਦੇ ਵਿੱਚ ਜਾ ਕੇ ਡਿੱਗ ਗਈ। ਜਦੋਂ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸੇ ਸਮੇਂ ਉਹਨਾਂ ਨੇ ਇੱਕ ਦ੍ਰਿਸ਼ ਦੇਖਿਆ। ਇੱਕ ਬੜਾ ਹੀ ਵਿਸ਼ਾਲ ਗਿਰਗਟ ਉਸ ਖੂਹ ਦੇ ਵਿੱਚ ਡਿੱਗ ਚੁੱਕਿਆ ਸੀ। ਭੱਜੇ ਭੱਜੇ ਸਭ ਭਗਵਾਨ ਦੇ ਪੁੱਤਰ ਕਨਹਈਆ ਜੀ ਦੇ ਕੋਲ ਗਏ ਅਤੇ ਕਿਹਾ ਕਿ ਪਿਤਾ ਜੀ, ਉਸ ਖੂਹ ਦੇ ਵਿੱਚ ਬਹੁਤ ਵੱਡਾ ਗਿਰਗਿਟ ਹੈ। ਭਗਵਾਨ ਗਏ, ਜਦੋਂ ਦੇਖਿਆ ਤਾਂ ਆਪਣੇ ਪੁੱਤਰਾਂ ਦੀ ਸਹਾਇਤਾ ਦੇ ਨਾਲ ਭਗਵਾਨ ਨੇ ਉਸ ਗਿਰਗਿਟ ਨੂੰ ਖੂਹ ਦੇ ਵਿੱਚੋਂ ਬਾਹਰ ਕੱਢਿਆ। ਜਿਵੇਂ ਹੀ ਗਿਰਗਿਟ ਨੇ ਭਗਵਾਨ ਦੇ ਨਾਲ ਸਪਰਸ਼ ਕੀਤਾ, ਸਪਰਸ਼ ਕਰਦੇ ਹੀ ਉਹ ਗਿਰਗਿਟ ਦੇ ਸਰੀਰ ਦੇ ਵਿੱਚੋਂ ਮੁਕਤ ਹੋ ਕੇ ਬਹੁਤ ਹੀ ਸੁੰਦਰ ਸਰੂਪ ਦੇ ਵਿੱਚ, ਮਾਨਵ ਦੇ ਰੂਪ ਦੇ ਵਿੱਚ ਭਗਵਾਨ ਦੇ ਸਾਹਮਣੇ ਆ ਕੇ ਪ੍ਰਗਟ ਹੋ ਗਿਆ। ਭਗਵਾਨ ਨੇ ਉਸ ਨੂੰ ਪੁੱਛਿਆ ਕਿ ਤੂੰ ਕੌਣ ਹੈ? ਤਾਂ ਕਹਿ ਰਿਹਾ ਹੈ ਕਿ ਨਿਗੋ ਨਾਮ ਨਰੇਂਦਰੋ ਹਮ ਇਸ਼ਵਾਕੂ ਤਨਯਾ ਪ੍ਰਭੂ ਦਾਨਿਸ਼ ਵਾਖਿਆਮਾਨੇਸ਼ੂ ਯਦਿ ਤੇ ਕਰਨ ਮਸਪ੍ਰਸ਼ੰ। ਕਿ ਹੈ ਪ੍ਰਭੂ, ਮੈਂ ਇਸ਼ਵਾਕੂ ਦਾ ਪੁੱਤਰ ਰਾਜਾ ਨਿਰਗ ਹਾਂ। ਆਪਨੇ ਮੇਰੇ ਨਾਮ ਨੂੰ ਬਹੁਤ ਵਾਰ ਸੁਣਿਆ ਹੋਵੇਗਾ। ਦਾਨੀਆਂ ਦੇ ਵਿੱਚੋਂ ਮਹਾਨ ਦਾਨੀ ਮੇਰਾ ਨਾਮ ਰਾਜਾ ਨਿਰਗ ਹੈ। ਸ਼ਾਇਦ ਆਸਮਾਨ ਦੇ ਵਿੱਚ ਜਿੰਨੇ ਤਾਰੇ ਨੇ, ਇਹਨਾਂ ਤਾਰਿਆਂ ਨੂੰ ਗਿਣਿਆ ਜਾ ਸਕਦਾ ਹੈ। ਮਿੱਟੀ ਦੇ ਜਿਹੜੇ ਕਣ ਨੇ, ਇਹਨਾਂ ਨੂੰ ਵੀ ਗਿਣਿਆ ਜਾ ਸਕਦਾ ਹੈ। ਪਰ ਮੇਰੇ ਦੁਆਰਾ ਜੋ ਗਊਆਂ ਦਾਨ ਕੀਤੀਆਂ ਗਈਆਂ ਸੀ, ਉਹਨਾਂ ਨੂੰ ਗਿਣਨ ਦੇ ਵਿੱਚ ਬੜੀ ਮੁਸ਼ਕਿਲ ਪੈਦਾ ਹੋ ਸਕਦੀ ਹੈ। ਬਹੁਤ ਗਊਆਂ ਦਾਨ ਕੀਤੀਆਂ ਮੈਂ ਆਪਣੇ ਜੀਵਨ ਦੇ ਵਿੱਚ। ਤਾਂ ਭਗਵਾਨ ਸੋਚਣ ਲੱਗੇ, ਜਦੋਂ ਤੈਂ ਆਪਣੇ ਜੀਵਨ ਦੇ ਵਿੱਚ ਇੰਨੀਆਂ ਗਊਆਂ ਬ੍ਰਾਹਮਣਾਂ ਨੂੰ ਦਾਨ ਕੀਤੀਆਂ ਨੇ, ਫਿਰ ਤੂੰ ਅੱਜ ਗਿਰਗਿਟ ਬਣ ਕੇ ਕਿਉਂ ਇਸ ਖੂਹ ਦੇ ਵਿੱਚ ਪਿਆ? ਕੀ ਕਾਰਨ ਆ? ਤਾਂ ਉਹ ਕਹਿਣ ਲੱਗਿਆ, ਮਹਾਰਾਜ, ਮੈਂ ਆਪਣੇ ਜੀਵਨ ਦੇ ਵਿੱਚ ਗਊ ਦਾਨ ਕੀਤੇ ਬਿਨਾ ਇੱਕ ਵੀ ਅੰਨ ਦਾ ਦਾਣਾ ਗ੍ਰਹਿਣ ਨਹੀਂ ਕਰਦਾ ਸੀ। ਪਰ ਇੱਕ ਦਿਨ ਦੀ ਗੱਲ ਹੈ, ਇੱਕ ਬ੍ਰਾਹਮਣ ਦੇਵਤਾ ਆਪਣੀ ਗਊ ਨੂੰ ਛੱਡ ਦਿੰਦੇ ਨੇ ਚਰਨ ਦੇ ਲਈ, ਜੋ ਕਿ ਭੱਜ ਕੇ ਮੇਰੀ ਗਊਸ਼ਾਲਾ ਦੇ ਵਿੱਚ ਆ ਜਾਂਦੀ ਹੈ। ਉਸੇ ਸਮੇਂ ਮੇਰੇ ਮਨ ਦੇ ਵਿੱਚ ਇੱਛਾ ਹੁੰਦੀ ਹੈ ਕਿ ਮੈਂ ਗਊ ਦਾਨ ਕਰਾਂ। ਜਦੋਂ ਮੈਂ ਸੰਕਲਪ ਕੀਤਾ, ਉਹ ਗਊ ਦਾਨ ਮੈਂ ਕਿਸੇ ਬ੍ਰਾਹਮਣ ਨੂੰ ਦਾਨ ਕਰ ਦਿੱਤੀ। ਜਦੋਂ ਉਹ ਗਊ ਮੈਂ ਦਾਨ ਕੀਤੀ
ਤਾਂ ਜਿਸ ਬ੍ਰਾਹਮਣ ਨੂੰ ਗਊ ਦਾਨ ਦਿੱਤੀ ਸੀ ਉਹ ਬ੍ਰਾਹਮਣ ਗਊ ਅਤੇ ਬਛੜੇ ਨੂੰ ਲੈ ਕੇ ਜਾ ਰਿਹਾ ਸੀ। ਪਿੱਛੋਂ ਬ੍ਰਾਹਮਣ ਜਿਸ ਨੇ ਗਊ ਚਾਰਨ ਦੇ ਲਈ ਆਪਣੀ ਗਊ ਨੂੰ ਛੱਡਿਆ ਸੀ, ਉਹ ਗਊ ਨੂੰ ਲੱਭਦਾ ਲੱਭਦਾ ਉਸੇ ਸਮੇਂ ਪਹੁੰਚ ਗਿਆ। ਉਸਨੇ ਦੇਖਿਆ ਕਿ ਕੋਈ ਬ੍ਰਾਹਮਣ ਦੂਸਰਾ ਮੇਰੀ ਗਊ ਨੂੰ ਲੈ ਕੇ ਜਾ ਰਿਹਾ ਹੈ। ਜਦੋਂ ਮੈਂ ਦੇਖਿਆ ਕਿ ਬ੍ਰਾਹਮਣ ਗਊ ਨੂੰ ਲੈ ਕੇ ਜਾ ਰਿਹਾ ਹੈ, ਤਾਂ ਜਿਸ ਬ੍ਰਾਹਮਣ ਦੀ ਉਹ ਗਊ ਸੀ ਉਹ ਭੱਜਿਆ ਭੱਜਿਆ ਆਇਆ, ਦੂਸਰੇ ਬ੍ਰਾਹਮਣ ਨੂੰ ਕਹਿਣ ਲੱਗਿਆ ਤੂੰ ਮੇਰੀ ਗਊ ਚੋਰੀ ਕਰਕੇ ਲੈ ਕੇ ਜਾ ਰਿਹਾ। ਤਾਂ ਬ੍ਰਾਹਮਣ ਕਹਿਣ ਲੱਗਿਆ ਮੈਂ ਚੋਰੀ ਨਹੀਂ ਕੀਤੀ, ਰਾਜਾ ਨ੍ਰਿਗ ਨੇ ਮੈਨੂੰ ਸੰਕਲਪ ਕਰਕੇ ਗਊ ਦਾਨ ਕੀਤੀ ਹੈ, ਇਸ ਕਰਕੇ ਮੈਂ ਇਸ ਨੂੰ ਆਪਣੇ ਘਰ ਲੈ ਕੇ ਜਾ ਰਿਹਾ। ਤਾਂ ਬ੍ਰਾਹਮਣ ਸੋਚਣ ਲੱਗਿਆ ਕਿ ਰਾਜੇ ਨੇ ਚੋਰੀ ਕਰਕੇ ਸ਼ਾਇਦ ਮੇਰੀ ਗਊ ਇਸ ਬ੍ਰਾਹਮਣ ਨੂੰ ਦਾਨ ਕਰ ਦਿੱਤੀ ਆ। ਦੋਵੇਂ ਬ੍ਰਾਹਮਣ ਉਸ ਗਊ ਮਾਤਾ ਨੂੰ ਲੈ ਕੇ ਜਿਵੇਂ ਹੀ ਰਾਜੇ ਦੇ ਮਹਿਲ ਦੇ ਵਿੱਚ ਪਹੁੰਚੇ ਤਾਂ ਰਾਜੇ ਨੂੰ ਪੁੱਛਿਆ ਉਸ ਬ੍ਰਾਹਮਣ ਨੇ ਜਿਸ ਦੀ ਉਹ ਗਊ ਸੀ ਕਿ ਰਾਜਨ ਤੂੰ ਮੇਰੀ ਗਊ ਦਾਨ ਕਰ ਦਿੱਤੀ, ਤੂੰ ਚੋਰੀ ਕਰਕੇ ਲੈ ਕੇ ਗਿਆ। ਤਾਂ ਰਾਜਾ ਕਹਿਣ ਲੱਗਿਆ ਇਹੋ ਜੀ ਗੱਲ ਨਹੀਂ ਬ੍ਰਾਹਮਣ ਦੇਵ, ਮੈਂ ਤੁਹਾਡੀ ਗਊ ਦਾਨ ਨਹੀਂ ਕੀਤੀ, ਲੱਗਦਾ ਗਲਤੀ ਦੇ ਨਾਲ ਉਹ ਮੇਰੀ ਗਊਸ਼ਾਲਾ ਦੇ ਵਿੱਚ ਪ੍ਰਵੇਸ਼ ਕਰ ਗਈ ਅਤੇ ਜਦੋਂ ਮੈਂ ਸੰਕਲਪ ਕੀਤਾ ਤਾਂ ਇਹ ਗਊ ਦਾ ਦਾਨ ਮੈਂ ਕਰ ਦਿੱਤਾ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ। ਹੇ ਬ੍ਰਾਹਮਣ ਦੇਵ, ਇਹ ਬਦਲੇ ਦੇ ਵਿੱਚ ਮੈਂ ਤੁਹਾਨੂੰ ਹੋਰ ਗਊ ਦਾਨ ਦੇ ਦਿੰਨਾ। ਤਾਂ ਬ੍ਰਾਹਮਣ ਕਹਿਣ ਲੱਗਿਆ ਕਿ ਜਿਸ ਗਊ ਦਾ ਤੂੰ ਦਾਨ ਕੀਤਾ ਹੈ ਨਾ, ਸੰਕਲਪ ਕੀਤਾ ਹੈ, ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਇਸੇ ਗਊ ਮਾਤਾ ਦੀ ਸੇਵਾ ਕਰਦਾ ਆ ਰਿਹਾ, ਇਸੇ ਦਾ ਹੀ ਦੁੱਧ ਪੀ ਪੀ ਕੇ ਮੈਂ ਆਪਣਾ ਜੀਵਨ ਦਾ ਨਿਰਵਾਹ ਕਰਦਾ। ਇਸ ਕਰਕੇ ਜਿਹੜੀ ਇਹ ਗਊ ਮਾਤਾ ਹੈ ਇਹ ਮੇਰੀ ਹੈ। ਮੈਂ ਆਪਣੇ ਜੀਵਨ ਦੇ ਵਿੱਚ ਕਦੇ ਗਊ ਦਾਨ ਨਹੀਂ ਲਿਆ। ਕਿਉਂਕਿ ਜੋ ਬ੍ਰਾਹਮਣ ਗਊ ਦਾਨ ਲੈਂਦਾ ਹੈ ਉਸ ਦਾ ਤੇਜ ਘਟ ਜਾਂਦਾ ਹੈ। ਜੋ ਬ੍ਰਾਹਮਣ ਤ੍ਰਿਕਾਲ ਸੰਧਿਆ ਕਰਦਾ ਹੋਵੇਗਾ ਨਾ, ਉਹੀ ਗਊ ਦਾਨ ਨੂੰ ਪਚਾ ਸਕਦਾ। ਗਊ ਦਾਨ ਲੈਣਾ ਇੰਨਾ ਆਸਾਨ ਨਹੀਂ। ਇਸ ਕਰਕੇ ਮੈਂ ਗਊ ਦਾਨ ਦੇ ਵਿੱਚ ਨਹੀਂ ਲੈਣੀ, ਮੈਨੂੰ ਇਹੀ ਗਊ ਮੇਰੀ ਵਾਪਸ ਚਾਹੀਦੀ ਹੈ। ਅਤੇ ਦੂਸਰਾ ਬ੍ਰਾਹਮਣ ਕਹਿਣ ਲੱਗਿਆ ਕਿ ਰਾਜਨ ਮੈਂ ਇਹ ਗਊ ਵਾਪਸ ਨਹੀਂ ਕਰਨੀ। ਕਿਉਂਕਿ ਤੂੰ ਆਪਣੇ ਹੱਥ ਦੇ ਵਿੱਚ ਜਲ ਲਿਆ ਸੀ, ਸੰਕਲਪ ਕੀਤਾ ਸੀ, ਗਊ ਮਾਤਾ ਦੀ ਪੂਛ ਨੂੰ ਹੱਥ ਦੇ ਵਿੱਚ ਲੈ ਕੇ ਸੰਕਲਪ ਕੀਤਾ ਸੀ ਮੈਂ ਤਾਂ ਇਹੀ ਗਊ ਦਾਨ ਦੇ ਵਿੱਚ ਲੈ ਕੇ ਜਾਣੀ ਆ। ਜਿਸ ਦੀ ਗਊ ਹੈ ਉਹ ਰਾਜਨ ਦੇ ਮੁਖ ਦੇ ਵੱਲ ਦੇਖਣ ਲੱਗਿਆ। ਰਾਜਾ ਵਿਚਾਰਾ ਸੋਚ ਵਿਚਾਰ ਕਰਨ ਲੱਗਿਆ ਵੀ ਮੈਂ ਕੀ ਕਰਾਂ, ਮੇਰੇ ਤੋਂ ਇੰਨੀ ਵੱਡੀ ਗਲਤੀ ਹੋਈ ਹੈ। ਦੋਵੇਂ ਬ੍ਰਾਹਮਣ ਨਾਰਾਜ਼ ਹੋ ਕੇ ਰਾਜਾ ਨ੍ਰਿਗ ਦੇ ਕੋਲੋਂ ਗਊ ਮਾਤਾ ਨੂੰ ਛੱਡ ਕੇ ਚਲੇ ਗਏ। ਜਿਵੇਂ ਹੀ ਛੱਡ ਕੇ ਚਲੇ ਗਏ ਰਾਜਾ ਉਦਾਸ ਹੋ ਗਿਆ ਕਿ ਅੱਜ ਬ੍ਰਾਹਮਣ ਦੀ ਗਊ ਮੈਂ ਕਿਸੇ ਹੋਰ ਨੂੰ ਦਾਨ ਕਰ ਦਿੱਤੀ। ਕਿੰਨਾ ਵੱਡਾ ਮੈਨੂੰ ਪਾਪ ਲੱਗੇਗਾ ਮੇਰੇ ਜੀਵਨ ਦੇ ਵਿੱਚ। ਸੋਚ ਰਿਹਾ ਹੈ, ਸਮਾਂ ਬੀਤਿਆ, ਪੂਰਨ ਹੋਇਆ ਤਾਂ ਯਮਰਾਜ ਆਪਣੇ ਦੂਤਾਂ ਦੇ ਨਾਲ ਆਏ ਅਤੇ ਰਾਜਾ ਨੂੰ ਜਿਵੇਂ ਹੀ ਧਰਮਪੁਰੀ ਦੇ ਵਿੱਚ ਲੈ ਕੇ ਗਏ, ਚਿੱਤਰਗੁਪਤ ਨੇ ਦੇਖਿਆ ਕਿ ਆਪਣੇ ਜੀਵਨ ਦੇ ਵਿੱਚ ਇੰਨੇ ਜ਼ਿਆਦਾ ਪੁੰਨ ਕੀਤੇ ਨੇ ਪਰ ਇਸ ਤੋਂ ਇੱਕ ਪਾਪ ਹੋ ਗਿਆ ਸੀ। ਇਸ ਨੇ ਗਲਤੀ ਦੇ ਨਾਲ ਇੱਕ ਗਊ ਮਾਤਾ ਨੂੰ ਦਾਨ ਕਰ ਦਿੱਤਾ ਸੀ। ਰਾਜਨ ਤੇਰੇ ਜੀਵਨ ਦੇ ਵਿੱਚ ਤੈਂ ਬਹੁਤ ਗਊਆਂ ਦਾਨ ਕੀਤੀਆਂ ਨੇ, ਸਤਕਰਮ ਕੀਤਾ ਹੈ, ਪਰ ਤੇਰੇ ਤੋਂ ਗਲਤੀ ਦੇ ਨਾਲ ਇੱਕ ਗਊ ਮਾਤਾ ਦਾ ਦਾਨ ਹੋ ਗਿਆ ਸੀ ਜੋ ਕਿ ਕਿਸੇ ਬ੍ਰਾਹਮਣ ਦੀ ਸੀ। ਇਸ ਕਰਕੇ ਤੂੰ ਪਹਿਲਾਂ ਦੱਸ, ਆਪਣੇ ਪਾਪ ਦਾ ਪ੍ਰਾਸ਼ਚਿਤ ਕਰਨਾ ਚਾਹਣਾ ਜਾਂ ਪੁੰਨ ਕੀਤੀ ਹੋਈ ਗਊ ਮਾਤਾ ਦੇ ਦਾਨ ਦਾ ਫਲ ਭੋਗਣਾ ਚਾਹਣਾ? ਉਹ ਕਹਿਣ ਲੱਗਿਆ ਮਹਾਰਾਜ ਪਹਿਲਾਂ ਮੈਂ ਪਾਪ ਦਾ ਪ੍ਰਾਸ਼ਚਿਤ ਕਰਨਾ ਚਾਹਣਾ। ਜਦੋਂ ਮੈਂ ਇੰਨੀ ਗੱਲ ਕਹੀ ਤਾਂ ਉਸ ਪਾਪ ਦੀ ਸਜ਼ਾ ਮੈਨੂੰ ਇਹ ਮਿਲੀ ਕਿ ਮੈਂ ਗਿਰਗਿਟ ਬਣ ਕੇ ਇਸ ਖੂਹ ਦੇ ਵਿੱਚ ਡਿੱਗ ਗਿਆ ਅਤੇ ਜਿਵੇਂ ਹੀ ਤੁਹਾਡਾ ਸਪਰਸ਼ ਹੋਇਆ
ਤਾਂ ਮੈਂ ਮੁਕਤ ਹੋ ਗਿਆ ਆਂ। ਅੱਜ ਤੋਂ ਬਾਅਦ ਮੈਂ ਜੀਵਨ ਦੇ ਵਿੱਚ ਜਿੰਨੇ ਵੀ ਪੁੰਨ ਕੀਤੇ ਨੇ ਉਹਨਾਂ ਪੁੰਨਾਂ ਦਾ ਫਲ ਭੋਗਣਾ ਹੈ। ਇਸ ਪ੍ਰਕਾਰ ਉਹ ਰਾਜਾ ਭਗਵਾਨ ਦਾ ਸਪਰਸ਼ ਕਰਦੇ ਹੀ ਮੁਕਤ ਹੋ ਗਿਆ। ਇਸ ਕਥਾ ਦਾ ਸਾਰ ਕੀ ਹੈ? ਕਥਾ ਦਾ ਸਾਰ ਇਹ ਹੈ ਕਿ ਜੀਵਨ ਦੇ ਵਿੱਚ ਆਪਾਂ ਬੜੇ ਦਾਨ ਪੁੰਨ ਕਰਦੇ ਹਾਂ। ਜੋ ਦਾਨ ਪੁੰਨ ਕਰਦੇ ਹਾਂ, ਜ਼ਿਆਦਾਤਰ ਲੋਕ ਤਾਂ ਦਿਖਾਵੇ ਦੇ ਲਈ ਦਾਨ ਪੁੰਨ ਕਰਦੇ ਨੇ। ਇਹ ਵੀ ਰਾਜਾ ਕੀ ਕਹਿ ਰਿਹਾ? ਮਹਾਰਾਜ ਤੁਸੀਂ ਸੁਣਿਆ ਹੋਣਾ, ਮੈਂ ਇਸ਼ਵਾਕੂ ਦਾ ਪੁੱਤਰ ਨ੍ਰਿਗਾ ਹਾਂ। ਮੈਂ ਜੀਵਨ ਦੇ ਵਿੱਚ ਇੰਨਾ ਦਾਨ ਕੀਤਾ ਹੈ ਕਿ ਆਸਮਾਨ ਦੇ ਤਾਰੇ ਵੀ ਗਿਣਨੇ ਸ਼ਾਇਦ ਸੌਖੇ ਨੇ, ਮਿੱਟੀ ਦੇ ਕਣਾਂ ਨੂੰ ਵੀ ਗਿਣਿਆ ਜਾ ਸਕਦਾ, ਪਰ ਮੇਰੇ ਦੁਆਰਾ ਜੋ ਗਊਆਂ ਦਾਨ ਕੀਤੀਆਂ ਗਈਆਂ ਨੇ ਉਸ ਨੂੰ ਗਿਣਨਾ ਮੁਸ਼ਕਿਲ ਹੈ। ਬੜੇ ਹੰਕਾਰ ਵਸ ਭਗਵਾਨ ਨੂੰ ਕਹਿ ਰਿਹਾਗਾ। ਤਾਂ ਬਸ ਭਗਵਾਨ ਕਹਿੰਦੇ ਨੇ ਜਦੋਂ ਜੀਵ ਦੇ ਅੰਦਰ ਹੰਕਾਰ ਆ ਗਿਆ ਨਾ, ਫਿਰ ਉਸ ਦੇ ਹੰਕਾਰ ਨੂੰ ਤੋੜਨ ਦੇ ਲਈ ਮੈਂ ਇਹੋ ਜੀ ਲੀਲਾ ਕਰਦਾ। ਜੀਵਨ ਦੇ ਵਿੱਚ ਬਥੇਰਾ ਧਰਮ ਕੀਤਾ ਰਾਜਾ ਨ੍ਰਿਗ ਨੇ, ਪਰ ਹੰਕਾਰ ਸੀ, ਉਸ ਹੰਕਾਰ ਨੂੰ ਤੋੜਨ ਦੇ ਲਈ ਭਗਵਾਨ ਨੇ ਇਹ ਲੀਲਾ ਕੀਤੀ ਅਤੇ ਉਸ ਦੇ ਕਾਰਨ ਹੀ, ਹੰਕਾਰ ਦੇ ਵਸ ਹੀ ਭਗਵਾਨ ਨੇ ਉਸ ਨੂੰ ਗਿਰਗਿਟ ਦਾ ਰੂਪ ਬਣਾ ਕੇ ਉਸ ਖੂਹ ਦੇ ਵਿੱਚ ਸੁੱਟ ਦਿੱਤਾ। ਪਰ ਉਸ ਦੇ ਦੁਆਰਾ ਜੋ ਗਊਆਂ ਦਾਨ ਕੀਤੀਆਂ ਹੋਈਆਂ ਸੀ ਉਹਨਾਂ ਦਾ ਸਪਰਸ਼ ਕਰਦੇ ਹੀ ਰਾਜਾ ਦੁਬਾਰੇ ਆਪਣੇ ਉਹਨਾਂ ਫਲਾਂ ਨੂੰ ਭੋਗਦਾ ਹੈ। ਬੋਲੇ ਕ੍ਰਿਸ਼ਨ ਕਨਈਆ ਲਾਲ ਕੀ ਜੈ। ਆਓ ਇੱਕ ਭਜਨ, ਫਿਰ ਉਸ ਤੋਂ ਬਾਅਦ ਅੱਗੇ ਦੀ ਕਥਾ ਨੂੰ ਸ਼ਰਵਣ ਕਰਾਂਗੇ। ਗੁਰੂ ਗੁਰੂ ਰਟ ਤੂੰ ਮਨ ਮੇਰੇ, ਗੁਰੂ ਗੁਰੂ ਰਟ ਤੂੰ ਮਨ ਮੇਰੇ। ਮਾਇਆ ਸਾਥ ਨ ਜਾਣੀ ਤੇਰੇ, ਮਾਇਆ ਸਾਥ ਨ ਜਾਣੀ ਤੇਰੇ। ਗੁਰੂ ਗੁਰੂ ਰਟ ਤੂੰ ਮਨ ਮੇਰੇ, ਗੁਰੂ ਗੁਰੂ ਰਟ ਤੂੰ ਮਨ ਮੇਰੇ। ਮਾਇਆ ਸਾਥ ਨ ਜਾਣੀ ਤੇਰੇ, ਮਾਇਆ ਸਾਥ ਨ ਜਾਣੀ ਤੇਰੇ। ਜਗਤ ਮੁਸਾਫਿਰ ਖਾਨਾ ਗਿਆਨੀ ਜਨ ਭਰਮ ਮਿਟਾਉਂਦੇ ਨੇ। ਓ ਬੰਦਿਆ ਭਰਮ ਮਿਟਾਉਂਦੇ ਨੇ। ਓ ਬੰਦਿਆ ਨਾਮ ਜਪਣ ਦੀ ਜੁਗਤੀ ਤੈਨੂੰ ਸੰਤ ਬਤਾਉਂਦੇ ਨੇ। ਓ ਬੰਦਿਆ ਨਾਮ ਜਪਣ ਦੀ ਜੁਗਤੀ ਤੈਨੂੰ ਸੰਤ ਬਤਾਉਂਦੇ ਨੇ। ਗੁਰੂ ਗੁਰੂ ਰਟ ਤੂੰ ਮਨ ਮੇਰੇ, ਗੁਰੂ ਗੁਰੂ ਰਟ ਤੂੰ ਮਨ ਮੇਰੇ। ਨਾਮ ਜਪਿਓ ਜੀ ਐਸੇ ਐਸੇ, ਨਾਮ ਜਪਿਓ ਜੀ ਐਸੇ ਐਸੇ। ਧਰੁਵ ਪ੍ਰਹਿਲਾਦ ਪਾਇਓ ਹਰ ਜੈਸੇ, ਧਰੁਵ ਪ੍ਰਹਿਲਾਦ ਪਾਇਓ ਹਰ ਜੈਸੇ। ਨਾਮ ਜਪਿਓ ਜੀ ਐਸੇ ਐਸੇ, ਨਾਮ ਜਪਿਓ ਜੀ ਐਸੇ ਐਸੇ। ਧਰੁਵ ਪ੍ਰਹਿਲਾਦ ਪਾਇਓ ਹਰ ਜੈਸੇ, ਧਰੁਵ ਪ੍ਰਹਿਲਾਦ ਪਾਇਓ ਹਰ ਜੈਸੇ। ਚਲੇ ਗਏ ਵੈਕੁੰਠ ਧਾਮ ਜੋ ਮੁੜ ਨਾ ਆਉਂਦੇ ਨੇ। ਓ ਬੰਦਿਆ ਮੁੜ ਨਾ ਆਉਂਦੇ ਨੇ। ਨਾਮ ਜਪਣ ਦੀ ਜੁਗਤੀ ਤੈਨੂੰ ਸੰਤ ਬਤਾਉਂਦੇ ਨੇ। ਓ ਬੰਦਿਆ ਨਾਮ ਜਪਣ ਦੀ ਜੁਗਤੀ ਤੈਨੂੰ ਸੰਤ ਬਤਾਉਂਦੇ ਨੇ। ਗੁਰੂ ਗੁਰੂ ਰਟ ਤੂੰ ਮਨ ਮੇਰੇ, ਗੁਰੂ ਗੁਰੂ ਰਟ ਤੂੰ ਮਨ ਮੇਰੇ। ਦੇਸ਼ ਬਿਗਾਨਾ ਤੂੰ ਬਨਜਾਰਾ, ਦੇਸ਼ ਬੇਗਾਨਾ ਤੂੰ ਬਨਜਾਰਾ। ਸੌਦਾ ਸੋਚ ਕਰੀ ਦਿਲਦਾਰਾ, ਸੌਦਾ ਸੋਚ ਕਰੀ ਦਿਲਦਾਰਾ। ਦੇਸ਼ ਬਿਗਾਨਾ ਤੂੰ ਬਨਜਾਰਾ, ਦੇਸ਼ ਬੇਗਾਨਾ ਤੂੰ ਬਨਜਾਰਾ।
सौदा सोच करी दिलदारा, सौदा सोच करी दिलदारा। तेरे पिछे पंज लुटेरे घात लगाउंदे ने, बंदिया घात लगाउंदे ने। नाम जपण दी जुगती तैनू संत बताउंदे ने, ओ बंदिया नाम जपण दी जुगती तैनू संत बताउंदे ने। ऊंचे मंदिर सुंदर नारी, ऊंचे मंदिर सुंदर नारी। नाम भजन बिन बाजी हारी, नाम भजन बिन बाजी हारी। ऊंचे मंदिर सुंदर नारी, ऊंचे मंदिर सुंदर नारी। नाम भजन बिन बाजी हारी, नाम भजन बिन बाजी हारी। भव सागर तो डुबदा बेड़ा पार लगाउंदे ने, ओ बंदिया पार लगाउंदे ने। नाम जपण दी जुगती तैनू संत बताउंदे ने, ओ बंदिया नाम जपण दी जुगती तैनू संत बताउंदे ने। चीटी ते कुंजर यस थूला, चीटी ते कुंजर यस थूला। सब पर कृपा दृष्टि कर भूला, सब पर कृपा दृष्टि कर भूला। चीटी ते कुंजर यस थूला, चीटी ते कुंजर यस थूला। सब पर कृपा दृष्टि कर भूला, सब पर कृपा दृष्टि कर भूला। इस चले नू पागम जीटी रंग चढ़ाउंदे ने, ओ बंदिया रंग चढ़ाउंदे ने। नाम जपण दी जुगती तैनू संत बताउंदे ने, ओ बंदिया नाम जपण दी जुगती तैनू संत बताउंदे ने। गुरु गुरु रट तू मन मेरे, गुरु गुरु रट तू मन मेरे। माया साथ न जानी तेरे, माया साथ न जानी तेरे जगत मुसाफिर खाना ज्ञानी जन परम मिटाउंदे ने, ओ बंदिया परम मिटाउंदे ने। नाम जपण दी जुगती तैनू संत बताउंदे ने, ओ बंदिया नाम जपण दी जुगती तैनू संत बताउंदे ने। तैनू संत बताउंदे ने, तैनू संत बताउंदे ने। बोलिए संत भगवान की जय हो। इस प्रकार भगवान ने राजा नृग दा उद्धार किया। इस तो बाद राजा परीक्षित भगवान सुखदेव जी नूं प्रश्न करता है कि हे प्रभु, अनेक प्रकार दे तुसी प्रसंग सुनाए, पर मैं तुहाडे कोलों सुनना चाहना हाँ। तुसी कहने हो कि भगवान दीन बंधु ने, किसे दीन बंधु दी भगवान ने रक्षा की है, कदे दीन बंधु दा उद्धार किया है? तो जिमें ही ये प्रश्न किया, परीक्षित जी महाराज जी ने सुखदेव जी नूं भगवान दे परम प्रिय मित्र सुदामा दी याद आ गई। सुदामा जो भगवान दे परम प्रिय मित्र ने, कृष्णस्यासी सखा काश्चित् ब्रह्मणो ब्रह्म वित्तमा वृक्त इंद्रियार्थेषु प्रशांतात्मा जितेंद्रिया। बड़ा ही श्रेष्ठ ब्राह्मण सुदामा, बड़ा सरल स्वभाव। इसकी पत्नी का नाम सुशीला, जो बड़ी दरिद्री सी। दरिद्र कौन है? जो साफ सफाई नहीं रखता वो दरिद्र नहीं। जिसदे घर दे विच गरीबी आ वो दरिद्र नहीं।
ਦਰਿਦਰ ਉਹ ਜਿਸ ਨੇ ਸਭ ਕੁਝ ਪਾ ਕੇ ਵੀ ਜੋ ਆਪਣੇ ਮਨ ਦੇ ਅੰਦਰ ਕਿਸੇ ਵਸਤੂ ਨੂੰ ਪਾਉਣ ਦੀ ਇੱਛਾ ਹੈ, ਉਹ ਸਭ ਤੋਂ ਵੱਡਾ ਦਰਿਦਰੀ ਹੈ। ਆਪਾਂ ਨੂੰ ਸਭ ਕੁਝ ਮਿਲਿਆ, ਕੋਠੀ, ਘਰ, ਪਰਿਵਾਰ, ਧਨ ਦੌਲਤ, ਪਰ ਜੇਕਰ ਇਹਨਾਂ ਨੂੰ ਪਾ ਕੇ ਵੀ ਆਪਾਂ ਨੇ ਆਪਣੇ ਮਨ ਦੇ ਵਿੱਚ ਸਬਰ ਨਹੀਂ ਕੀਤਾ, ਮਨ ਦੇ ਵਿੱਚ ਇੱਛਾ ਰਹਿੰਦੀ ਹੈ ਕਿ ਮੈਨੂੰ ਹੋਰ ਧਨ ਦੀ ਪ੍ਰਾਪਤੀ ਹੋਵੇ, ਸਭ ਤੋਂ ਵੱਡਾ ਦਰਿਦਰੀ ਜੀਵਨ ਦੇ ਵਿੱਚ ਉਹੀ ਹੈ ਜਿਸ ਦੀਆਂ ਇੱਛਾਵਾਂ ਕਦੇ ਖਤਮ ਨਹੀਂ ਹੁੰਦੀਆਂ। ਬੜੀ ਦਰਿਦਰੀ ਹੈ। ਘਰ ਦੇ ਵਿੱਚ ਅੱਤ ਦੀ ਗਰੀਬੀ, ਕਦੇ ਕਦੇ ਤਾਂ 2-2 ਦਿਨ ਤੱਕ ਖਾਣ ਦੇ ਲਈ ਕੋਈ ਵਸਤੂ ਨਾ ਹੁੰਦੀ। ਜਦੋਂ ਇਸ ਦੇ ਬੱਚੇ ਭੋਜਨ ਦੀ ਮੰਗ ਕਰਦੇ ਤਾਂ ਉਹਨਾਂ ਨੂੰ ਇਹ ਕਹਿ ਕੇ ਸੁਲਾ ਦਿੰਦੀ ਕਿ ਬੇਟਾ ਅੱਜ ਏਕਾਦਸ਼ੀ ਹੈ, ਏਕਾਦਸ਼ੀ ਨੂੰ ਕਦੇ ਵੀ ਅੰਨ ਨਹੀਂ ਗ੍ਰਹਿਣ ਕਰਨਾ ਚਾਹੀਦਾ, ਕੱਲ ਨੂੰ ਦੁਆਦਸ਼ੀ ਹੈ, ਆਪਾਂ ਸਭ ਰੱਜ ਕੇ ਸਭ ਮਿਲ ਕੇ ਭੋਜਨ ਕਰਾਂਗੇ। ਇਸ ਪ੍ਰਕਾਰ ਆਪਣੇ ਜੋ ਬੱਚੇ ਨੇ ਉਹਨਾਂ ਨੂੰ ਇਕਾਦਸ਼ੀ ਦਾ ਬਹਾਨਾ ਲਗਾ ਕੇ ਸੁਲਾ ਦਿੰਦੀ ਹੈ। ਭਿਕਸ਼ਾ ਦੇ ਲਈ ਜਾਂਦੇ ਨੇ ਸੁਦਾਮਾ ਜੀ, ਜੋ ਕੁਝ ਮਿਲ ਜਾਂਦਾ ਹੈ ਲੈ ਕੇ ਆ ਜਾਂਦੇ ਨੇ, ਕਿਵੇਂ ਨਾ ਕਿਵੇਂ ਕਰਕੇ ਜੀਵਨ ਦਾ ਨਿਰਵਾਹ ਕਰ ਰਹੇ ਨੇ। ਬੜੇ ਦੁਬਲੇ ਪਤਲੇ ਨੇ, ਬੁੱਢੇ ਹੋ ਚੁੱਕੇ ਨੇ। ਇੱਕ ਦਿਨ ਭਗਵਾਨ ਸਭ ਕੁਝ ਦੇਖ ਰਹੇ ਨੇ, ਸੋਚਿਆ ਬਸ ਸਮਾਂ ਪੂਰਨ ਹੋਇਆ, ਜਿੰਨੇ ਦੁੱਖ ਕਸ਼ਟ ਮੁਸੀਬਤਾਂ ਸੁਦਾਮਾ ਦੇ ਲੇਖ ਦੇ ਵਿੱਚ ਮੈਂ ਲਿਖੀਆਂ ਸੀ ਉਹ ਅੱਜ ਪੂਰਨ ਹੋ ਚੁੱਕੀਆਂ ਨੇ। ਅੱਜ ਤੋਂ ਬਾਅਦ ਸੁਦਾਮਾ ਤੇ ਉਸ ਦਾ ਪਰਿਵਾਰ ਕਦੇ ਵੀ ਭੁੱਖ ਪਿਆਸ ਦੇ ਨਾਲ ਬੇਹਾਲ ਨਹੀਂ ਹੋਵੇਗਾ। ਬ੍ਰਾਹਮਣ ਦਾ ਰੂਪ ਬਣਾ ਕੇ ਭਗਵਾਨ ਆਏ। ਜਿਵੇਂ ਹੀ ਭਗਵਾਨ ਨੇ ਕੁੰਡਾ ਖੜਕਾਇਆ, ਭਿਕਸ਼ਾਮ ਦੇਹੀ, ਸੁਸ਼ੀਲਾ ਬਾਹਰ ਆਈ। ਜਿਵੇਂ ਹੀ ਬ੍ਰਾਹਮਣ ਦੇਵ ਨੂੰ ਦੇਖਿਆ ਕਿ ਭਿਕਸ਼ਾ ਦੇ ਲਈ ਆਏ ਨੇ, ਘਰ ਦੇ ਵਿੱਚ ਖਾਣ ਦੇ ਲਈ ਕੋਈ ਵੀ ਵਸਤੂ ਨਹੀਂ, ਭਿਕਸ਼ਾ ਦੇ ਵਿੱਚ ਮੈਂ ਕੀ ਦੇਵਾਂ, ਬ੍ਰਾਹਮਣ ਦੇਵ ਆਏ ਨੇ, ਮਨ ਦੇ ਵਿੱਚ ਸੋਚ ਰਹੀ ਹੈ। ਤਾਂ ਬ੍ਰਾਹਮਣ ਦੇਵ ਨੂੰ ਕਹਿਣ ਲੱਗੀ ਕਿ ਇਹ ਬ੍ਰਾਹਮਣ ਦੇਵ ਮੈਨੂੰ क्षमा ਕਰਨਾ, ਮਾਫ ਕਰਨਾ, ਮੇਰੇ ਘਰ ਦੇ ਵਿੱਚ ਨਾ ਦਰਿਦਰਤਾ ਨੇ ਮੈਨੂੰ ਘੇਰ ਰੱਖਿਆ ਹੈ, ਘਰ ਦੇ ਵਿੱਚ ਖਾਣ ਦੇ ਲਈ ਕੋਈ ਵੀ ਅੰਨ ਦਾ ਦਾਣਾ ਨਹੀਂ ਹੈ, ਇਸ ਕਰਕੇ ਮੈਂ ਤੁਹਾਨੂੰ ਭਿਕਸ਼ਾ ਦੇ ਵਿੱਚ ਕੁਝ ਵੀ ਨਹੀਂ ਦੇ ਸਕਦੀ। ਤਾਂ ਭਗਵਾਨ ਬ੍ਰਾਹਮਣ ਦਾ ਰੂਪ ਬਣਾ ਕੇ ਆਏ ਨੇ ਅਤੇ ਕਹਿਣ ਲੱਗੇ ਕਿ ਦੇਵੀ, ਕੀ ਤੁਸੀਂ ਸੁਦਾਮਾ ਦੀ ਪਤਨੀ ਹੋ? ਹਾਂ ਹਾਂ ਮਹਾਰਾਜ, ਮੈਂ ਸੁਦਾਮਾ ਦੀ ਪਤਨੀ ਹਾਂ, ਮੇਰਾ ਨਾਮ ਸੁਸ਼ੀਲਾ ਹੈ। ਤੁਸੀਂ ਕਿਸ ਪ੍ਰਕਾਰ ਮੈਨੂੰ ਜਾਣਦੇ ਹੋ? ਤਾਂ ਬ੍ਰਾਹਮਣ ਕਹਿਣ ਲੱਗੇ ਕਿ ਦੇਵੀ ਮੈਂ ਤੈਨੂੰ ਪਹਿਚਾਣਦਾ ਹਾਂ, ਸ਼ਾਇਦ ਤੈਨੂੰ ਨਾ ਪਤਾ ਹੋਵੇ, ਜਿਹੜੇ ਤੇਰੇ ਪਤੀ ਦੇਵ ਨੇ ਸੁਦਾਮਾ ਭਗਵਾਨ ਕ੍ਰਿਸ਼ਨ ਦੇ ਜੋ ਦਵਾਰਕਾਧੀਸ਼ ਨੇ, ਉਹਨਾਂ ਦੇ ਪਰਮ ਮਿੱਤਰ ਨੇ, ਪਰਮ ਮਿੱਤਰ ਨੇ ਉਹਨਾਂ ਦੇ। ਜਦੋਂ ਪਾਠਸ਼ਾਲਾ ਦੇ ਵਿੱਚ ਪੜ੍ਹਨ ਦੇ ਲਈ ਗਏ ਸੀ ਭਗਵਾਨ ਕਨਈਆ ਸਾਂਦੀਪਨੀ ਪਾਠਸ਼ਾਲਾ ਦੇ ਵਿੱਚ, ਤਾਂ ਉਸ ਸਮੇਂ ਸੁਦਾਮਾ ਭਗਵਾਨ ਦੇ ਨਾਲ ਪੜ੍ਹਦਾ ਸੀ। ਇਸ ਕਰਕੇ ਮੈਂ ਤੈਨੂੰ ਦੱਸਣਾ ਚਾਹਣਾ ਕਿ ਤੂੰ ਆਪਣੇ ਪਤੀ ਦੇਵ ਨੂੰ ਕਹਿ ਕਿ ਦਵਾਰਕਾਧੀਸ਼ ਦੇ ਕੋਲ ਜਾਓ, ਜੋ ਤੁਹਾਡੀ ਇਹ ਦਰਿਦਰਤਾ ਹੈ ਇਸ ਨੂੰ ਸਮਾਪਤ ਕਰ ਦੇਣਗੇ, ਜੋ ਤੁਹਾਡੇ ਜੀਵਨ ਦੇ ਵਿੱਚ ਦੁੱਖ ਕਸ਼ਟ ਮੁਸੀਬਤਾਂ ਨੇ ਉਹ ਸਭ ਸਮਾਪਤ ਹੋ ਜਾਣਗੀਆਂ। ਬ੍ਰਾਹਮਣ ਦੇਵ ਇਹ ਕਹਿ ਕੇ ਚਲੇ ਗਏ। ਭਗਵਾਨ ਆਏ ਸੀ ਬ੍ਰਾਹਮਣ ਦਾ ਰੂਪ ਬਣਾ ਕੇ। ਉਸੇ ਸਮੇਂ ਸੁਦਾਮਾ ਜੀ ਆਪਣੀ ਕੁਟੀਆ ਦੇ ਵਿੱਚ ਜਿਵੇਂ ਹੀ ਆਏ ਤਾਂ ਸੁਸ਼ੀਲਾ ਪੁੱਛਣ ਲੱਗੀ ਕਿ ਇਹ ਪਤੀ ਦੇਵ, ਸਵਾਮੀ ਜੀ ਮੈਂ ਸੁਣਿਆ ਕਿ ਦਵਾਰਕਾਧੀਸ਼ ਤੁਹਾਡੇ ਪਰਮ ਮਿੱਤਰ ਨੇ। ਦੇਵੀ ਤੈਨੂੰ ਕਿਸ ਪ੍ਰਕਾਰ ਪਤਾ ਲੱਗਿਆ? ਤੂੰ ਤਾਂ ਮੇਰੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ।
ਦਵਾਰਕਾਧੀਸ਼ ਮੇਰਾ ਪਰਮ ਮਿੱਤਰ ਹੈ। ਪਾਠਸ਼ਾਲਾ ਦੇ ਵਿੱਚ ਅਸੀਂ ਇਕੱਠੇ ਖੇਡਦੇ ਸੀ, ਖਾਂਦੇ ਸੀ, ਸੌਂਦੇ ਸੀ, ਪੜ੍ਹਦੇ ਸੀ। ਭਗਵਾਨ ਨੇ ਅਨੇਕ ਪ੍ਰਕਾਰ ਦੀਆਂ ਲੀਲਾਵਾਂ ਉੱਥੇ ਕੀਤੀਆਂ, ਮੈਂ ਸਭ ਆਪਣੇ ਅੱਖਾਂ ਦੇ ਨਾਲ ਦਰਸ਼ਨ ਕੀਤੇ ਨੇ। ਅੱਛਾ ਜੀ, ਫਿਰ ਤੁਸੀਂ ਕਿਉਂ ਨਹੀਂ ਜਾਂਦੇ ਉਹਨਾਂ ਦੀ ਸ਼ਰਨ ਦੇ ਵਿੱਚ? ਆਪਣੇ ਘਰ ਦੇ ਵਿੱਚ ਦਰਿਦਰਤਾ ਨੇ ਘੇਰਾ ਪਾ ਰੱਖਿਆ ਹੈ। ਜੇ ਆਪਾਂ ਉਹਨਾਂ ਦੀ ਸ਼ਰਨ ਦੇ ਵਿੱਚ ਚਲੇ ਜਾਈਏ ਤਾਂ ਆਪਣੇ ਜੋ ਵੀ ਕਸ਼ਟ, ਦੁੱਖ, ਮੁਸੀਬਤਾਂ ਨੇ ਉਹ ਸਭ ਭਗਵਾਨ ਆਪਣੇ ਕਰ ਕਮਲਾਂ ਦੇ ਨਾਲ ਸਮਾਪਤ ਕਰ ਦੇਣਗੇ। ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਭਗਵਾਨ ਨੂੰ ਮਿਲਣ ਦੇ ਲਈ ਜਾਓ। ਤਾਂ ਸੁਦਾਮਾ ਜੀ ਕਹਿਣ ਲੱਗੇ ਕਿ ਦੇਵੀ, ਤੂੰ ਮੈਨੂੰ ਕਹਿ ਰਹੀ ਆ ਕਿ ਮੈਂ ਭਗਵਾਨ ਦੇ ਦਵਾਰਕਾਪੁਰੀ ਨੂੰ ਜਾਵਾਂ ਤੇ ਉੱਥੇ ਜਾ ਕੇ ਮੰਗ ਕਰਾਂ ਕਿ ਜੋ ਮੇਰੇ ਘਰ ਦੇ ਵਿੱਚ ਦਰਿਦਰਤਾ ਨੇ ਘੇਰਾ ਪਾ ਰੱਖਿਆ ਹੈ, ਉਸ ਦਰਿਦਰਤਾ ਨੂੰ ਸਮਾਪਤ ਕਰੋ। ਪਹਿਲੀ ਵਾਰ ਮੈਂ ਆਪਣੇ ਮਿੱਤਰ ਦੇ ਘਰ ਜਾਣਾ ਹੈ ਤੇ ਤੂੰ ਕਹਿ ਰਹੀ ਆ ਕਿ ਤਾਂ ਸੁਸ਼ੀਲਾ ਬੋਲ ਪਈ, ਕਹਿਣ ਲੱਗੀ ਕਿ ਇਹੋ ਜੀ ਗੱਲ ਨਹੀਂ, ਮੈਂ ਚਾਹੁੰਦੀ ਹਾਂ ਸਿਰਫ ਤੁਸੀਂ ਭਗਵਾਨ ਨੂੰ ਮਿਲ ਕੇ ਆਓ। ਕਿੰਨਾ ਸਮਾਂ ਹੋ ਗਿਆ ਤੁਸੀਂ ਮਿਲ ਕੇ ਨਹੀਂ ਆਏ। ਦੇਵੀ, ਮੈਂ ਮਿਲਣ ਤਾਂ ਚਲਿਆ ਜਾਵਾਂ, ਪਰ ਕਿਸੇ ਮਿੱਤਰ ਦੇ ਘਰ ਜਾਈਏ ਨਾ, ਕੋਈ ਉਪਹਾਰ ਲੈ ਕੇ ਜਾਣਾ ਚਾਹੀਦਾ। ਖਾਲੀ ਹੱਥ ਮਿੱਤਰ ਦੇ ਕਦੇ ਨਹੀਂ ਜਾਣਾ ਚਾਹੀਦਾ। ਮੈਂ ਕਿਸ ਪ੍ਰਕਾਰ ਚਲਿਆ ਜਾਵਾਂ? ਉਹ ਦਵਾਰਕਾਧੀਸ਼ ਹੈ। ਤਾਂ ਸੁਸ਼ੀਲਾ ਕਹਿਣ ਲੱਗੀ ਕਿ हे ਪਤੀ ਦੇਵ, ਤੁਸੀਂ ਇਸ ਦੀ ਚਿੰਤਾ ਨਾ ਕਰੋ, ਮੈਂ ਕੋਈ ਇੰਤਜ਼ਾਮ ਕਰਦੀ ਹਾਂ। ਬਸ ਤੁਸੀਂ ਤਿਆਰੀ ਕਰੋ ਕਿ ਦਵਾਰਕਾਧੀਸ਼ ਨੂੰ ਮਿਲਣ ਦੇ ਲਈ ਜਾਵਾਂ। ਤਾਂ ਉਸੇ ਸਮੇਂ ਸੁਸ਼ੀਲਾ 4 ਘਰਾਂ ਦੇ ਵਿੱਚ ਗਈ, ਇੱਕ ਇੱਕ ਮੁੱਠੀ ਕਰਕੇ ਚਾਵਲ ਦੇ ਦਾਣੇ ਲੈ ਕੇ ਆਈ। ਘਰ ਦੇ ਵਿੱਚ ਜਦੋਂ ਵਸਤਰ ਦੇਖਿਆ, ਕੋਈ ਵਸਤਰ ਨਹੀਂ, ਕਟੀ ਫਟੀ ਸਾੜੀ ਪੁਰਾਣੀ, ਉਸ ਦੀਆਂ 2-3 ਤਹਿ ਲਗਾ ਕੇ ਉਸ ਦੇ ਵਿੱਚ 4 ਮੁੱਠੀ ਚਾਵਲ ਪਾ ਕੇ ਉਸ ਦੀ ਗੱਠ ਮਾਰ ਕੇ ਸੁਦਾਮਾ ਜੀ ਨੂੰ ਦੇ ਦਿੱਤੀਆਂ ਅਤੇ ਕਿਹਾ ਕਿ ਲਓ, ਇਹ ਉਪਹਾਰ ਤੁਸੀਂ ਮੇਰੇ ਕ੍ਰਿਸ਼ਨ ਕਨਈਆ ਨੂੰ ਦੇਣਾ। ਅਤੇ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਕਿਰਪਾ ਕਰਕੇ ਇਹ ਗੱਲ ਤੁਸੀਂ ਭਗਵਾਨ ਕ੍ਰਿਸ਼ਨ ਕਨਈਆ ਨੂੰ ਜ਼ਰੂਰ ਕਹਿਣਾ। एक मास 2 पाख में 2 एकादशी होए, सो प्रभु दीन दयाल ने नित प्रतिदिन मोहे। हे कृष्ण कन्हैया, 1 ਮਹੀਨੇ ਦੇ ਵਿੱਚ 2 ਏਕਾਦਸ਼ੀਆਂ ਹੁੰਦੀਆਂ ਨੇ, ਪਰ ਮੇਰੇ ਤਾਂ ਘਰ ਦੇ ਵਿੱਚ ਹਮੇਸ਼ਾ ਹੀ ਏਕਾਦਸ਼ੀ ਰਹਿੰਦੀ ਆ। ਇਹ ਗੱਲ ਜ਼ਰੂਰ ਕਹਿ ਦੇਣਾ ਮੇਰੇ ਕਨਹਈਆ ਨੂੰ। 4 ਮੁੱਠੀ ਚਾਵਲ ਸੁਦਾਮਾ ਜੀ ਲੈ ਕੇ ਆਪਣੇ ਪਰਮ ਪ੍ਰਿਯ ਮਿੱਤਰ ਭਗਵਾਨ ਕ੍ਰਿਸ਼ਨ ਕਨਈਆ ਨੂੰ ਮਿਲਣ ਦੇ ਲਈ ਦਵਾਰਕਾਪੁਰੀ ਦੇ ਵੱਲ ਜਦੋਂ ਵਧੇ, ਬੜਾ ਲੰਬਾ ਰਸਤਾ ਹੈ, ਜਾਂਦੇ ਜਾਂਦੇ ਥੱਕ ਗਏ, ਇੱਕ ਬ੍ਰਿਕਸ਼ ਦੇ ਹੇਠ ਬੈਠ ਗਏ। ਥਕਾਵਟ ਦੇ ਕਾਰਨ ਨੀਂਦ ਆ ਗਈ, ਇੰਨੀ ਗੂੜੀ ਨੀਂਦ ਆ ਗਈ। ਕਿੰਨਾ ਸਮਾਂ ਉਸ ਬ੍ਰਿਕਸ਼ ਦੀ ਛਾਂ ਹੇਠ ਸੁੱਤੇ ਪਏ ਰਹੇ। ਭਗਵਾਨ ਕਹਿੰਦੇ ਨੇ ਕਿ ਜੇਕਰ ਮੇਰਾ ਭਗਤ ਇੱਕ ਕਦਮ ਮੇਰੇ ਵੱਲ ਵੱਧ ਕੇ ਆਵੇ ਮੈਨੂੰ ਮਿਲਣ ਦੇ ਲਈ, ਤਾਂ ਮੈਂ 60 ਕਦਮ ਆਪਣੇ ਭਗਤ ਨੂੰ ਮਿਲਣ ਦੇ ਲਈ ਉਸ ਦੇ ਵੱਲ ਵਧਦਾ ਹਾਂ। ਸੁਦਾਮਾ ਜੀ ਬ੍ਰਿਕਸ਼ ਦੀ ਛਾਂ ਹੇਠ ਸੁੱਤੇ ਪਏ ਨੇ। ਜਿਵੇਂ ਹੀ ਅੱਖ ਖੁੱਲੀ ਤਾਂ ਭਗਵਾਨ ਨੇ ਆਪਣੀ ਲੀਲਾ ਕੀਤੀ ਅਤੇ ਅੱਖ ਖੁੱਲੀ, ਸਿੱਧਾ ਦਵਾਰਕਾਪੁਰੀ ਦੇ ਵਿੱਚ ਜਾ ਕੇ ਸੁਦਾਮਾ ਜੀ ਪਹੁੰਚ। ਜਦੋਂ ਦਵਾਰਕਾਪੁਰੀ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਇੰਨੇ ਵੱਡੇ ਵੱਡੇ ਭਵਨ। ਇਹ ਮੈਂ ਕਿੱਥੇ ਪਹੁੰਚ ਗਿਆ? ਮੈਂ ਤਾਂ ਬ੍ਰਿਕਸ਼ ਦੀ ਛਾਂ ਦੇ ਹੇਠ ਸੁੱਤਾ ਪਿਆ ਸੀ, ਕਿਸ ਪ੍ਰਕਾਰ ਮੈਂ ਇੱਥੇ ਪਹੁੰਚ ਗਿਆ? 2 ਰਾਹਗੀਰ ਚੱਲ ਰਹੇ ਸੀ, ਉਹਨਾਂ ਨੂੰ ਪੁੱਛਿਆ ਕਿ ਇਹ ਕਿਹੜੀ ਨਗਰੀ ਹੈ? ਤਾਂ ਉਹ ਕਹਿਣ ਲੱਗੇ ਦਵਾਰਕਾ ਨਗਰੀ ਹੈ। ਸੁਦਾਮਾ ਜੀ ਸੋਚੀ ਪੈ ਗਏ, ਮੈਂ ਤਾਂ ਬ੍ਰਿਕਸ਼ ਦੇ ਹੇਠ ਬੈਠਾ ਸੀ ਤੇ ਦਵਾਰਕਾਪੁਰੀ ਦੇ ਵਿੱਚ ਮੈਂ ਕਿਸ ਪ੍ਰਕਾਰ ਪਹੁੰਚ ਗਿਆ? ਕਿਸ ਪ੍ਰਕਾਰ ਮੈਂ ਦਵਾਰਕਾਪੁਰੀ ਦੇ ਵਿੱਚ ਪਹੁੰਚ ਗਿਆ? ਉਹਨਾਂ ਨੂੰ ਪੁੱਛਿਆ ਕਿ ਮੈਂ ਕਨਹਈਆ ਦੇ ਕੋਲ ਜਾਣਾ ਹੈ, ਜੋ ਮੇਰਾ ਪਰਮ ਮਿੱਤਰ ਹੈ। ਤਾਂ ਉਹ ਰਾਹਗੀਰ ਕਹਿਣ ਲੱਗੇ
ਮਹਾਰਾਜ ਮਾਫ ਕਰਨਾ, क्षमा ਕਰਨਾ। ਇੱਥੇ ਕੋਈ ਵੀ ਕਨਈਆ ਨਹੀਂ। ਉਹਨਾਂ ਦਾ ਪੂਰਾ ਨਾਮ ਕੀ ਹੈ? ਤਾਂ ਸੁਦਾਮਾ ਕਹਿਣ ਲੱਗੇ ਪੂਰਾ ਨਾਮ ਤਾਂ ਮੈਨੂੰ ਪਤਾ ਨਹੀਂ, ਪਰ ਉਹ ਇਸ ਦਵਾਰਕਾਪੁਰੀ ਦੇ ਰਾਜਾ ਨੇ। ਜਦੋਂ ਇੰਨੀ ਗੱਲ ਸੁਣੀ ਤਾਂ ਕਹਿਣ ਲੱਗੇ ਉਹ ਰਾਗੀਰ ਕਿ हे ਬ੍ਰਾਹਮਣ ਦੇਵ, ਜਿਨ੍ਹਾਂ ਨੂੰ ਤੁਸੀਂ ਕਨਈਆ ਕਹਿ ਰਹੇ ਹੋ ਨਾ, ਉਹ ਰਾਜਾ ਧੀਰਾਜ ਸ੍ਰੀ 1008 ਸ੍ਰੀ ਕ੍ਰਿਸ਼ਨ ਚੰਦਰ ਜੀ ਮਹਾਰਾਜ ਨੇ। ਉਹਨਾਂ ਨੂੰ ਵਿਸ਼ੇਸ਼ ਨਾਮ ਦੇ ਨਾਲ ਸਨਮਾਨਿਆ ਜਾਂਦਾ ਹੈ। ਹਾਂ ਹਾਂ, ਉਹੀ ਮੇਰਾ ਪਰਮ ਮਿੱਤਰ ਹੈ, ਉਸੇ ਨੂੰ ਹੀ ਮੈਂ ਮਿਲਣ ਦੇ ਲਈ ਜਾਣਾ ਹੈ। ਤਾਂ ਜੋ ਰਾਗੀਰ ਨੇ ਉਹ ਕਹਿਣ ਲੱਗੇ ਕਿ हे ਬ੍ਰਾਹਮਣ ਦੇਵ, ਜੋ ਸਭ ਤੋਂ ਵੱਡਾ ਮਹਿਲ ਦਿਖਾਈ ਦੇ ਰਿਹਾ ਹੈ, ਉਸ ਦੇ ਵਿੱਚ ਭਗਵਾਨ ਮਾਤਾ ਰੁਕਮਣੀ ਦੇ ਨਾਲ ਉਸ ਮਹਿਲ ਦੇ ਵਿੱਚ ਰਹਿੰਦੇ ਨੇ। ਤੁਸੀਂ ਉਸ ਮਹਿਲ ਤੱਕ ਚਲੇ ਜਾਓ। ਜਿਵੇਂ ਹੀ ਸੁਦਾਮਾ ਜੀ ਉਸ ਮਹਿਲ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਇੱਕ ਦਰਵਾਜ਼ੇ ਨੂੰ ਦੇਖਿਆ ਜਿੱਥੇ ਦੋ ਦਵਾਰਪਾਲ ਖੜੇ ਨੇ। ਉਹਨਾਂ ਨੂੰ ਕਿਹਾ ਕਿ ਮੇਰਾ ਨਾਮ ਸੁਦਾਮਾ ਹੈ, ਭਗਵਾਨ ਕ੍ਰਿਸ਼ਨ ਚੰਦਰ ਜੀ ਮਹਾਰਾਜ ਮੇਰੇ ਪਰਮ ਮਿੱਤਰ ਨੇ। ਸੰਦੀਪਨੀ ਪਾਠਸ਼ਾਲਾ ਦੇ ਵਿੱਚ ਅਸੀਂ ਇਕੱਠੇ ਪੜ੍ਹਦੇ ਸੀ। ਜਦੋਂ ਉਹਨਾਂ ਦਵਾਰਪਾਲਾਂ ਨੇ ਸੁਦਾਮਾ ਦੀ ਦੁਰਦਸ਼ਾ ਨੂੰ ਦੇਖਿਆ, ਕਟੇ ਫਟੇ ਵਸਤਰ, ਦੁਬਲਾ ਪਤਲਾ ਸਰੀਰ, ਸੋਚ ਰਹੇ ਨੇ ਕਿ ਕਿੰਨੇ ਵੱਡੇ ਦੇਵਤੇ ਬ੍ਰਹਮਾ ਇਤਿਆਦਿ ਭਗਵਾਨ ਨੂੰ ਮਿਲਣ ਦੇ ਲਈ ਆਉਂਦੇ ਨੇ, ਪਰ ਇਹੋ ਜਿਹਾ ਪਹਿਲੀ ਵਾਰ ਕੋਈ ਵਿਅਕਤੀ ਦੇਖ ਰਹੇ ਹਾਂ ਜੋ ਅੱਜ ਭਗਵਾਨ ਨੂੰ ਮਿਲਣ ਦੇ ਲਈ ਭਗਵਾਨ ਦੇ ਦਰਵਾਜ਼ੇ ਤੇ ਆਇਆ। ਪਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ, ਭਗਵਾਨ ਆਪਣੇ ਭਗਤਾਂ ਦੀ ਮਨੋਕਾਮਨਾ ਨੂੰ ਪੂਰਨ ਕਰਨ ਲਈ ਕੁਝ ਵੀ ਕਰ ਸਕਦੇ ਨੇ। ਸ਼ਾਇਦ ਸੱਚਮੁੱਚ ਇਹ ਕ੍ਰਿਸ਼ਨ ਕਨਈਆ ਭਗਵਾਨ ਦਾ ਮਿੱਤਰ ਹੋਵੇ। ਉਹ ਦਵਾਰ ਭੱਜੇ ਭੱਜੇ ਗਏ ਅਤੇ ਜਿਵੇਂ ਹੀ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ, ਚਰਨਾਂ ਦੇ ਵਿੱਚ ਪ੍ਰਣਾਮ ਕਰਦੇ ਹੋਏ ਕਹਿ ਰਹੇ ਨੇ ਕਿ ਮਹਾਰਾਜ, ਇੰਦਰ, ਬ੍ਰਹਮਾ, ਅਗਨੀ, ਸੂਰਿਆ, ਕਿੰਨੇ ਹੀ ਦੇਵਤਾ ਲੋਕ ਤੁਹਾਡੇ ਦਰਸ਼ਨਾਂ ਕਰਨ ਦੇ ਲਈ ਆਉਂਦੇ ਨੇ, ਪਰ ਜਿਹੜਾ ਅੱਜ ਤੁਹਾਡੇ ਦਰਸ਼ਨ ਕਰਨ ਦੇ ਲਈ ਆਇਆ, ਇਹੋ ਜਿਹਾ ਵਿਅਕਤੀ ਅਸੀਂ ਨੇ ਪੂਰੇ ਜੀਵਨ ਦੇ ਵਿੱਚ ਨਹੀਂ ਦੇਖਿਆ। ਉਹ ਕਹਿ ਰਿਹਾ ਹੈ ਕਿ ਕ੍ਰਿਸ਼ਨ ਕਨਈਆ ਮੇਰੇ ਪਰਮ ਮਿੱਤਰ ਨੇ, ਪਾਠਸ਼ਾਲਾ ਦੇ ਵਿੱਚ ਅਸੀਂ ਇਕੱਠੇ ਪੜ੍ਹਦੇ ਸੀ ਅਤੇ ਮੇਰਾ ਨਾਮ ਸੁਦਾਮਾ ਹੈ। ਜਿਵੇਂ ਹੀ ਸੁਦਾਮਾ ਦੇ ਨਾਮ ਨੂੰ ਸੁਣਿਆ, ਭਗਵਾਨ ਕ੍ਰਿਸ਼ਨ ਕਨਈਆ ਦੇ ਕੰਨ ਦੇ ਵਿੱਚ ਪਿਆ। ਭਗਵਾਨ ਆਪਣੇ ਪਲੰਗ ਦੇ ਉੱਤੋਂ ਛਾਲ ਮਾਰ ਕੇ ਉੱਠ ਗਏ, ਚਰਨਾਂ ਦੇ ਵਿੱਚ ਪਾਦੁਕਾ ਪਾਉਣੀ ਭੁੱਲ ਗਏ। ਜੋ ਮੋਢੇ ਦੇ ਉੱਤੇ ਪੀਤ ਵਸਤਰ ਰੱਖਿਆ ਹੋਇਆ ਹੈ ਉਹ ਡਿੱਗ ਗਿਆ। ਭੱਜੇ ਭੱਜੇ ਗਏ ਦਰਵਾਜ਼ੇ ਦੇ ਕੋਲ। ਜਦੋਂ ਦੇਖਿਆ ਆਪਣੇ ਸਖਾ ਨੂੰ, ਆਪਣੇ ਮਿੱਤਰ ਨੂੰ ਭੱਜ ਕੇ ਜੱਫੀ ਦੇ ਵਿੱਚ ਲਿਆ। ਸੁਦਾਮਾ ਜੀ ਨੇ ਜਦੋਂ ਭਗਵਾਨ ਦੇ ਦਰਸ਼ਨ ਕੀਤੇ, ਗਦਗਦ ਹੋ ਗਿਆ। ਇੱਕ ਦੂਜੇ ਦੇ ਨਾਲ ਮਿਲੇ ਇੰਨੇ ਬੜੇ ਪ੍ਰੇਮ ਦੇ ਨਾਲ। ਭਗਵਾਨ ਨੇ ਜ਼ੋਰ ਦੀ ਸੁਦਾਮਾ ਨੂੰ ਪਕੜ ਰੱਖਿਆ ਹੈ। ਦੁਬਲਾ ਪਤਲਾ ਸੁਦਾਮਾ, ਦੋਵਾਂ ਦੇ ਅੱਖਾਂ ਦੇ ਵਿੱਚੋਂ ਹੰਝੂ ਵਗ ਰਹੇ ਨੇ। ਕਿੰਨੇ ਸਮੇਂ ਬਾਅਦ ਅੱਜ ਦੋ ਮਿੱਤਰ ਇਕੱਠੇ ਹੋਏ ਨੇ। ਭਗਵਾਨ ਨੇ ਸੋਚਿਆ ਕਿੰਨਾ ਸਮਾਂ ਹੋ ਗਿਆ, ਮੈਂ ਬੜੇ ਜ਼ੋਰ ਦੇ ਨਾਲ ਘੁੱਟ ਰੱਖਿਆ ਸੁਦਾਮਾ ਨੂੰ, ਦੁਬਲਾ ਪਤਲਾ, ਕਿਤੇ ਵਿਚਾਰੇ ਦੇ ਪ੍ਰਾਣ ਨਾ ਨਿਕਲ ਜਾਣ। ਜੱਫੀ ਦੇ ਵਿੱਚੋਂ ਛੱਡਿਆ। ਭਗਵਾਨ ਨੇ ਸੁਦਾਮਾ ਜੀ ਦੇ ਹੱਥ ਨੂੰ ਫੜਿਆ ਅਤੇ ਆਪਣੇ ਮਹਿਲ ਦੇ ਵਿੱਚ ਲੈ ਕੇ ਪਹੁੰਚ ਗਏ। ਸਭ ਜੋ ਭਗਵਾਨ ਦੀ ਸੇਵਾ ਦੇ ਵਿੱਚ ਦਾਸ ਦਾਸੀਆਂ ਨੇ, ਭਗਵਾਨ ਦੀਆਂ ਰਾਣੀਆਂ ਨੇ, ਸਭ ਦੇਖ ਕੇ ਹੈਰਾਨ ਨੇ ਕਿ ਇਹ ਕਿਹੋ ਜਿਹਾ ਭਗਤ ਹੈ ਜਿਸ ਨੂੰ ਭਗਵਾਨ ਆਪਣੇ ਹੱਥ ਦੇ ਨਾਲ ਫੜ ਕੇ ਆਪਣੇ ਮਹਿਲ ਤੱਕ ਲੈ ਕੇ ਜਾ ਰਹੇ ਨੇ। ਸਭ ਦੇਖ ਕੇ ਬੜੇ ਆਨੰਦਿਤ ਹੋਏ। ਭਗਵਾਨ ਨੇ ਉਸ ਪਲੰਗ ਦੇ ਉੱਤੇ, ਉਸ ਗੱਦੀ ਦੇ ਉੱਤੇ ਵਿਰਾਜਮਾਨ ਕੀਤਾ ਜਿੱਥੇ ਬੈਠ ਕੇ ਭਗਵਾਨ ਪੂਰੀ ਪ੍ਰਜਾ ਨੂੰ ਦਰਸ਼ਨ ਦਿੰਦੇ ਨੇ। ਸੁਦਾਮਾ ਜੀ ਨੂੰ ਆਸਨ ਦਿੱਤਾ। ਭਗਵਾਨ ਸੁਦਾਮਾ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਗਏ ਅਤੇ ਆਪਣੀ ਸਭ ਤੋਂ ਵੱਡੀ ਰਾਣੀ ਰੁਕਮਣੀ ਨੂੰ ਆਦੇਸ਼ ਕੀਤਾ ਕਿ ਜਾਓ, ਜਲ ਲੈ ਕੇ ਆਓ, ਬ੍ਰਾਹਮਣ ਦੇਵ ਸਾਡੇ ਘਰ ਆਏ ਨੇ। ਤਾਂ ਰੁਕਮਣੀ ਸੋਚਣ ਲੱਗੀ, ਹਜ਼ਾਰਾਂ ਦਾਸੀਆਂ ਭਗਵਾਨ ਦੀ ਸੇਵਾ ਦੇ ਵਿੱਚ ਹਰ ਸਮੇਂ ਮੌਜੂਦ ਰਹਿੰਦੇ ਨੇ, ਇਹ ਅੱਜ ਕੋਈ ਵਿਸ਼ੇਸ਼ ਮਹਿਮਾਨ ਭਗਵਾਨ ਦਾ ਆਇਆ ਜਿਸ ਦੇ ਕਾਰਨ ਮੈਨੂੰ ਆਦੇਸ਼ ਦਿੱਤਾ ਗਿਆ, ਸੇਵਾ ਕਰਨ ਦਾ ਮੈਨੂੰ ਮੌਕਾ ਪ੍ਰਾਪਤ ਹੋਇਆ। ਜਾਓ, ਜਲ ਲੈ ਕੇ ਆਏ।
ਆਓ। ਰੁਕਮਣੀ ਭੱਜੀ ਭੱਜੀ ਜਲ ਲੈ ਕੇ ਆਉਣ ਲੱਗੀ ਤੇ ਭਗਵਾਨ ਚਰਨਾਂ ਦੇ ਕੋਲ ਬੈਠ ਰਹੇ ਨੇ, ਆਪਣੇ ਮਿੱਤਰ ਦੇ ਪੈਰਾਂ ਨੂੰ ਦੇਖ ਰਹੇ ਨੇ, ਕੰਡੇ ਲੱਗੇ ਹੋਏ ਨੇ ਪੱਥਰਾਂ ਦੇ ਨਾਲ, ਕਿੰਨੇ ਜ਼ਖਮ ਹੋ ਚੁੱਕੇ ਨੇ। ਜਦੋਂ ਭਗਵਾਨ ਨੇ ਆਪਣੇ ਮਿੱਤਰ ਦੀ ਦੁਰਦਸ਼ਾ ਨੂੰ ਦੇਖਿਆ, ਸੋਚ ਰਹੇ ਨੇ ਕਿਸ ਪ੍ਰਕਾਰ ਇਹਨਾਂ ਦੇ ਪੈਰਾਂ ਨੂੰ ਮੈਂ ਧੋਵਾਂ, ਗੰਗਾ ਜਲ ਦੇ ਨਾਲ ਧੋਵਾਂ, ਮੇਰੇ ਉਹ ਚਰਨ ਪਾਦੁਕਾ ਨੇ। ਇਸ ਤੋਂ ਪਹਿਲਾਂ ਰੁਕਮਣੀ ਜਲ ਲੈ ਕੇ ਆਉਂਦੀ, ਭਗਵਾਨ ਦੇ ਆਪਣੇ ਮਿੱਤਰ ਦੀ ਦੁਰਦਸ਼ਾ ਨੂੰ ਦੇਖਦੇ ਹੋਏ ਅੱਖਾਂ ਦੇ ਵਿੱਚੋਂ ਹੰਝੂ ਵਗਣ ਲੱਗੇ। ਉਹਨਾਂ ਹੰਝੂਆਂ ਦੇ ਨਾਲ ਹੀ ਭਗਵਾਨ ਨੇ ਸੁਦਾਮਾ ਦੇ ਪੈਰ ਧੋ ਦਿੱਤੇ। ਫੁੱਟ ਫੁੱਟ ਕਰਕੇ ਭਗਵਾਨ ਆਪਣੇ ਮਿੱਤਰ ਦੀ ਦੁਰਦਸ਼ਾ ਨੂੰ ਦੇਖ ਕੇ ਰੋ ਰਹੇ ਨੇ। ਜਦੋਂ ਸਭ ਨੇ ਦ੍ਰਿਸ਼ ਦੇਖਿਆ, ਸਭ ਦੇ ਅੱਖਾਂ ਦੇ ਵਿੱਚੋਂ ਹੰਝੂ ਵਗਣ ਲੱਗੇ। ਰੁਕਮਣੀ ਨੂੰ ਉਹ ਜਲ ਦਿੱਤਾ ਕਿ ਜਾਓ ਪੂਰੇ ਮਹਿਲ ਦੇ ਵਿੱਚ ਬ੍ਰਾਹਮਣ ਦੇਵ ਦੇ ਇਹਨਾਂ ਚਰਨਾਂ ਦੇ ਜਲ ਦਾ ਛਿੜਕਾਓ ਕਰੋ। ਪੂਰੇ ਮਹਿਲ ਦੇ ਵਿੱਚ ਸੁਦਾਮਾ ਜੀ ਦੇ ਉਹਨਾਂ ਦੇ ਚਰਨਾਂ ਨੂੰ ਦੇ ਜਲ ਨੂੰ ਛਿੜਕਿਆ ਗਿਆ। ਖੂਬ ਸੇਵਾ ਕਰ ਰਹੇ ਨੇ ਭਗਵਾਨ, ਉਹਨਾਂ ਦੀਆਂ ਲੱਤਾਂ ਘੁੱਟ ਰਹੇ ਨੇ। ਤਾਂ ਮਾਤਾ ਰੁਕਮਣੀ ਸੋਚ ਰਹੀ ਆ, ਜਦੋਂ ਭਗਵਾਨ ਨੂੰ ਲੱਤਾਂ ਦਬਾ ਰਹੇ ਨੇ, ਮੈਨੂੰ ਵੀ ਤਾਂ ਕੋਈ ਸੇਵਾ ਕਰਨੀ ਪੈਣੀ ਆ। ਮਾਤਾ ਲక్ష్ਮੀ ਰੁਕਮਣੀ ਮਾਤਾ ਪੱਖਾ ਝੱਲਣ ਲੱਗੀ ਤਾਂ ਸੁਖਦੇਵ ਜੀ ਪ੍ਰੀਖਿਤ ਨੂੰ ਕਹਿ ਰਹੇ ਨੇ ਕਿ ਰਾਜਨ, ਹੁਣ ਦੱਸੋ ਕਿ ਸੁਦਾਮਾ ਦਰਿਦਰੀ ਹੈ, ਗਰੀਬ ਹੈ ਜਾਂ ਅਮੀਰ? ਜਿਸ ਨੂੰ ਸਵੈਮ ਮਾਤਾ ਲక్ష్ਮੀ ਪੱਖਾ ਝੱਲ ਰਹੀ ਹੋਵੇ, ਭਗਵਾਨ ਕ੍ਰਿਸ਼ਨ ਜਿਸ ਦੇ ਚਰਨ ਦਬਾ ਰਹੇ ਹੋਣ, ਉਹ ਕਦੇ ਆਪਣੇ ਜੀਵਨ ਦੇ ਵਿੱਚ ਦਰਿਦਰੀ ਹੋ ਸਕਦਾ ਹੈ, ਗਰੀਬ ਹੋ ਸਕਦਾ ਹੈ? ਕਦੇ ਕਦੇ ਨਹੀਂ ਹੋ ਸਕਦਾ। ਭਗਵਾਨ ਨੇ ਖੂਬ ਸੇਵਾ ਕੀਤੀ, ਬੜਾ ਮਾਨ ਸਨਮਾਨ ਦਿੱਤਾ। ਸਭ ਦੇਵੀਆਂ ਨੇ ਆ ਕੇ ਸੁਦਾਮਾ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਪ੍ਰਕਾਰ ਸੁਦਾਮਾ ਜੀ ਨੂੰ ਪੁੱਛਿਆ ਕਿ ਸੁਦਾਮਾ, ਪਾਠਸ਼ਾਲਾ ਦੇ ਵਿੱਚ ਰਹਿੰਦੇ ਹੋਏ ਆਪਾਂ ਨੇ ਕਿੰਨੀ ਮौज ਮਸਤੀ ਕੀਤੀ। ਤੇਰੇ ਮਨ ਦੇ ਵਿੱਚ ਇੱਛਾ ਹੁੰਦੀ ਸੀ ਕਿ ਮੈਂ ਵਿਵਾਹ ਨਾ ਕਰਵਾਵਾਂ, ਘਰ ਗ੍ਰਹਸਥੀ ਦਾ ਬੋਝਾ ਮੈਥੋਂ ਨਹੀਂ ਚੱਕਿਆ ਜਾਣਾ, ਤੂੰ ਸੋਚਦਾ ਸੀ ਕਿ ਤੈਂ ਵਿਵਾਹ ਕਰਵਾਇਆ? ਤਾਂ ਸੁਦਾਮਾ ਕਹਿਣ ਲੱਗੇ, ਹਾਂ ਹਾਂ ਮੈਂ ਵਿਵਾਹ ਕਰਵਾਇਆ ਅਤੇ ਮੇਰੀ ਪਤਨੀ ਦਾ ਨਾਮ ਸੁਸ਼ੀਲਾ ਹੈ। ਜਿਸ ਪ੍ਰਕਾਰ ਦਾ ਨਾਮ ਹੈ ਸੁਸ਼ੀਲਾ, ਉਸੇ ਪ੍ਰਕਾਰ ਦਾ ਸੁਭਾਵ ਹੈ, ਬੜਾ ਸੁਸ਼ੀਲ ਹੈ। ਉਹਨਾਂ ਨੇ ਹੀ ਭੇਜਿਆ ਹੈ ਕਿ ਤੁਸੀਂ ਜਾਓ ਅਤੇ ਪ੍ਰਮਾਤਮਾ ਦੇ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨ ਕਰਕੇ ਆਓ। ਜੇ ਮੇਰੀ ਭਾਬੀ ਨੇ ਤੁਹਾਨੂੰ ਭੇਜਿਆ ਹੈ ਤਾਂ ਮੈਨੂੰ ਲੱਗਦਾ ਕੋਈ ਨਾ ਕੋਈ ਉਪਹਾਰ ਦੇ ਕੇ ਜ਼ਰੂਰ ਭੇਜਿਆ ਹੋਵੇਗਾ। ਜਿਵੇਂ ਹੀ ਭਗਵਾਨ ਨੇ ਇਹ ਗੱਲ ਕਹੀ ਤਾਂ ਉਹਨਾਂ ਦੇ ਕੋਲ ਜੋ 4 ਮੁੱਠੀ ਦਾਣੇ ਨੇ, ਉਹਨਾਂ ਨੇ ਆਪਣੀ ਬਾਂਹ ਦੇ ਹੇਠ ਦੱਬ ਲਏ। ਭਗਵਾਨ ਵਾਰ-ਵਾਰ ਪੁੱਛ ਰਹੇ ਨੇ, ਚਰਨ ਦਬਾ ਰਹੇ ਨੇ, ਪਰ ਸੁਦਾਮਾ ਸੋਚਦੇ ਨੇ ਕਿ ਇਹ ਦਵਾਰਕਾਧੀਸ਼ ਇੰਨਾ ਵੱਡਾ ਮਹਿਲ ਹੈ, ਹਜ਼ਾਰਾਂ ਦਾਸ ਦਾਸੀਆਂ ਇਹਨਾਂ ਦੀ ਸੇਵਾ ਦੇ ਵਿੱਚ ਲੱਗੀਆਂ ਰਹਿੰਦੀਆਂ ਨੇ। ਜੇ ਅੱਜ ਮੈਂ ਇਹ 4 ਚਾਵਲ ਦੇ ਦਾਣੇ ਦਿਖਾ ਦਿੱਤੇ ਤਾਂ ਲੋਕ ਪਰਿਹਾਸ ਉਡਾਉਣਗੇ ਕਿ ਦੇਖੋ ਸੁਦਾਮਾ ਭਗਵਾਨ ਦਾ ਮਿੱਤਰ ਆਇਆ ਘਰ, ਉਪਹਾਰ ਦੇਖੋ ਕੀ ਲੈ ਕੇ ਆ, 4 ਮੁੱਠੀ ਚਾਵਲ ਦੇ ਦਾਣੇ। ਇਸ ਪ੍ਰਕਾਰ ਉਹ ਸੋਚ ਰਿਹਾ। ਭਗਵਾਨ ਨੇ ਜਾਨੀ ਜਾਣ ਨੇ ਜਦੋਂ ਦੇਖਿਆ ਕੋਈ ਵਸਤੂ ਛਿਪਾ ਰਹੇ ਹੋ, ਜ਼ੋਰ ਦੀ ਉਹ ਵਸਤੂ ਨੂੰ ਖਿੱਚਿਆ, ਜਿਵੇਂ ਹੀ ਖੋਲਿਆ ਤਾਂ ਉਸ ਦੇ ਵਿੱਚੋਂ 4 ਮੁੱਠੀ ਚਾਵਲ ਜੋ ਸੁਸ਼ੀਲਾ ਨੇ ਭਗਵਾਨ ਨੂੰ ਉਪਹਾਰ ਦੇ ਰੂਪ ਦੇ ਵਿੱਚ ਭੇਜੇ ਸੀ, ਉਸ 4 ਮੁੱਠੀ ਚਾਵਲ ਦੇ ਵਿੱਚੋਂ 1 ਮੁੱਠੀ ਆਪਣੇ ਮੁਖ ਦੇ ਵਿੱਚ ਮਾਰੀ। ਜਿਵੇਂ ਹੀ 1 ਮੁੱਠੀ ਪ੍ਰਸਾਦ ਦੇ ਰੂਪ ਦੇ ਵਿੱਚ ਭਗਵਾਨ ਨੇ ਸੇਵਨ ਕੀਤੀ ਤਾਂ ਕਹਿੰਦੇ 1 ਲੋਕ ਦੀ ਸੰਪत्ति ਸੁਦਾਮਾ ਅਤੇ ਉਸ ਦੀ ਪਤਨੀ ਨੂੰ ਪ੍ਰਾਪਤ ਹੋ ਗਈ। ਬੋਲੀਏ ਕ੍ਰਿਸ਼ਨ ਕਨਈਆ ਲਾਲ ਕੀ ਜੈ। 1 ਲੋਕ ਦੀ ਸੰਪत्ति ਦੂਸਰੀ ਮੁੱਠੀ ਮੁਖ ਦੇ ਵਿੱਚ ਮਾਰਨ ਲੱਗੇ ਤਾਂ ਮਾਤਾ ਰੁਕਮਣੀ ਨੇ ਰੋਕ ਲਿਆ ਕਿ ਪ੍ਰਭੂ, ਜੋ ਇਹ ਬ੍ਰਾਹਮਣ ਦੇਵਤਾ ਪ੍ਰਸਾਦ ਲੈ ਕੇ ਆਏ ਹੋ, ਤੁਸੀਂ ਇਕੱਲੇ ਹੀ ਗ੍ਰਹਿਣ ਕਰਨਾ ਚਾਹੁੰਦੇ ਹੋ? ਅਸੀਂ ਵੀ ਤੁਹਾਡੇ ਰਾਣੀਆਂ ਹਾਂ, ਦਾਸ ਦਾਸੀਆਂ ਨੇ। ਮਾਤਾ ਸੋਚ ਰਹੀ ਆ ਰੁਕਮਣੀ, ਜੇ 4 ਮੁੱਠੀਆਂ ਚਾਵਲ ਖਾ ਲੀਆਂ ਭਗਵਾਨ ਨੇ ਨਾ
ਤਿੰਨ ਲੋਕ ਦੇ ਦੇਵਤਾ ਨੇ ਭਗਵਾਨ, ਤਿੰਨੇ ਲੋਕ ਸੁਦਾਮਾ ਨੂੰ ਪ੍ਰਾਪਤ ਹੋ ਜਾਣਗੇ। ਇਸ ਕਰਕੇ ਮਾਤਾ ਰੁਕਮਣੀ ਨੇ ਰੋਕਿਆ, ਭਗਵਾਨ ਨੇ ਉਸ ਪ੍ਰਸਾਦ ਨੂੰ ਗ੍ਰਹਿਣ ਕੀਤਾ। ਕਿੰਨਾ ਸਮਾਂ ਭਗਵਾਨ ਦੇ ਕੋਲ ਬੈਠੇ ਆਪਣੇ ਬਚਪਨ ਦੀਆਂ ਗੱਲਾਂ ਨੂੰ ਤਾਜ਼ਾ ਕਰ ਰਹੇ ਨੇ। ਤਾਂ ਸੁਦਾਮਾ ਜੀ ਕਹਿਣ ਲੱਗੇ, ਇਹ ਪ੍ਰਭੂ ਕਨਈਆ, ਤੂੰ ਮੇਰੇ ਬਾਰੇ ਤਾਂ ਪੁੱਛ ਲਿਆ ਕਿ ਮੈਂ ਵਿਵਾਹ ਕਰਵਾਇਆ ਜਾਂ ਨਹੀਂ, ਤੂੰ ਕਰਵਾ ਲਿਆ ਕਿ ਨਹੀਂ? ਤਾਂ ਭਗਵਾਨ ਕਹਿੰਦੇ, ਹਾਂ ਹਾਂ ਮੈਂ ਵਿਵਾਹ ਕਰਵਾਇਆ, ਮੈਂ ਤੈਨੂੰ ਦਰਸ਼ਨ ਕਰਵਾਉਂਦਾ ਹਾਂ। ਭਗਵਾਨ ਨੇ ਆਪਣੀਆਂ ਸਾਰੀਆਂ ਰਾਣੀਆਂ ਨੂੰ ਬੁਲਾਇਆ ਅਤੇ ਇੱਕ ਇੱਕ ਕਰਕੇ ਭਗਵਾਨ ਦੀਆਂ ਉਹ ਰਾਣੀਆਂ ਸੁਦਾਮਾ ਜੀ ਨੂੰ ਮੱਥਾ ਟੇਕਣ ਲੱਗੀਆਂ, ਆਸ਼ੀਰਵਾਦ ਲੈਣ ਲੱਗੀਆਂ। ਸਭ ਤੋਂ ਪਹਿਲਾਂ ਰੁਕਮਣੀ ਆਈ, ਮੱਥਾ ਟੇਕਿਆ, ਪੁੱਤਰਵਾਨ ਭਵਾ, ਲక్ష్ਮੀਵਾਨ ਭਵਾ, ਕੀਰਤੀਵਾਨ ਭਵਾ, ਆਸ਼ੀਰਵਾਦ ਦੇ ਰਹੇ ਨੇ। ਪਰ ਜਿਵੇਂ ਹੀ ਇੱਕ ਇੱਕ ਕਰਕੇ ਭਗਵਾਨ ਦੀਆਂ 16,108 ਰਾਣੀਆਂ ਨੇ ਸੁਦਾਮਾ ਜੀ ਤੋਂ ਆਸ਼ੀਰਵਾਦ ਲੈਣ ਲੱਗੀਆਂ ਤਾਂ ਸੁਦਾਮਾ ਜੀ ਥੱਕ ਗਏ। ਕਨਈਆ, ਤੇਰੇ ਬਚਪਨ ਦੀ ਆਦਤ ਗਈ ਨਹੀਂ, ਇੰਨੀਆਂ ਰਾਣੀਆਂ। ਸੁਦਾਮਾ ਜੀ ਨੇ ਇੱਕ ਵਾਰ 'ਚ ਹੀ ਸਭ ਰਾਣੀਆਂ ਨੂੰ ਆਸ਼ੀਰਵਾਦ ਦਿੱਤਾ। ਥੋੜਾ ਸਮਾਂ ਆਪਣੇ ਬਚਪਨ ਦੀਆਂ ਯਾਦਾਂ, ਪੁਰਾਣੀਆਂ ਗੱਲਾਂ ਨੂੰ ਯਾਦ ਕੀਤਾ, ਤਾਜ਼ਾ ਕੀਤਾ। ਤਾਂ ਸੁਦਾਮਾ ਜੀ ਸੋਚਣ ਲੱਗੇ ਨੇ, ਕਿੰਨਾ ਸਮਾਂ ਹੋ ਗਿਆ ਮੈਨੂੰ ਆਏ ਨੂੰ, ਕਿਉਂ ਨਾ ਮੈਂ ਹੁਣ ਆਪਣੀ ਨਗਰੀ ਵਾਪਿਸ ਚਲਿਆ ਜਾਵਾਂ, ਕਿਉਂ ਨਾ ਮੈਂ ਵਾਪਿਸ ਚਲਿਆ ਜਾਵਾਂ। ਆਪਣੇ ਪਰਮ ਮਿੱਤਰ ਕਨਈਆ ਤੋਂ ਕਹਿ ਰਹੇ ਨੇ ਕਿ ਮੈਨੂੰ ਜਾਣ ਦੀ ਇਜਾਜ਼ਤ ਦਿਓ, ਕਿੰਨਾ ਸਮਾਂ ਮੈਂ ਤੁਹਾਡੀ ਇਸ ਨਗਰੀ ਦੇ ਵਿੱਚ ਹੋ ਗਿਆ ਆਏ ਨੂੰ। ਤਾਂ ਸੁਦਾਮਾ ਜੀ ਨੇ ਬਿਲਕੁਲ ਵੀ ਮਨਾ ਨਹੀਂ ਕੀਤਾ, ਕਿਹਾ ਕਿ ਤੁਸੀਂ ਚਲੇ ਜਾਓ ਆਰਾਮ ਦੇ ਨਾਲ। ਕਨਈਆ, ਮੈਂ ਚੱਲਿਆ। ਹਾਂ ਪ੍ਰਭੂ, ਚਲੇ ਜਾਓ ਤੁਸੀਂ ਬ੍ਰਾਹਮਣ ਦੇਵ। ਸੁਦਾਮਾ ਜੀ ਸੋਚ ਰਹੇ ਨੇ ਕਿ ਕਿਹੋ ਜਿਹਾ ਮਿੱਤਰ ਹੈ। ਮੈਂ ਤਾਂ ਮਨ ਦੇ ਵਿੱਚ ਇੱਛਾ ਲੈ ਕੇ ਆਇਆ ਸੀ ਕਿ ਕੁਛ ਨਾ ਕੁਛ ਮੈਨੂੰ ਸ਼ਾਇਦ ਭਗਵਾਨ ਦੇ ਦੇਣਗੇ। ਚਲੋ ਕੋਈ ਗੱਲ ਨਹੀਂ, ਕਿੰਨਾ ਸਮਾਂ ਹੋ ਗਿਆ ਸੀ ਭਗਵਾਨ ਨੂੰ ਮਿਲਿਆ ਨੂੰ, ਪਰ ਅੱਜ ਮੈਨੂੰ ਭਗਵਾਨ ਦੀ ਦਰਸ਼ਨ ਹੋ ਗਏ ਨੇ। ਭਗਵਾਨ ਨੇ ਅਲਵਿਦਾ ਕਿਹਾ, ਨਮਸਕਾਰ ਕਰਦਾ ਹੋਇਆ, ਪ੍ਰਣਾਮ ਕਰਦਾ ਹੋਇਆ। ਸੁਦਾਮਾ ਜਦੋਂ ਆਪਣੀ ਨਗਰੀ ਦੇ ਵਿੱਚ ਪਹੁੰਚਿਆ ਤਾਂ ਉਸਨੇ ਕੀ ਦੇਖਿਆ? ਉਹ ਦੇਖ ਰਿਹਾ ਹੈ ਕਿ ਜਿਸ ਸਥਾਨ ਦੇ ਉੱਪਰ ਉਸ ਦੀ ਕੁਟੀਆ ਹੈ, ਉਸ ਦੀ ਜਗ੍ਹਾ ਤੇ ਇੰਨੇ ਵੱਡੇ ਵੱਡੇ ਮਹਿਲ ਬਣ ਚੁੱਕੇ ਨੇ। ਸੁਸ਼ੀਲਾ ਆਈ, ਆਰਤੀ ਦੀ ਥਾਲੀ, ਬੜਾ ਸੁੰਦਰ ਰੂਪ ਬਣਾਇਆ, ਸੁੰਦਰ ਵਸਤਰ ਗਹਿਣੇ ਪਹਿਨੇ ਹੋਏ ਨੇ ਅਤੇ ਮਾਤਾ ਸੁਸ਼ੀਲਾ ਆਪਣੇ ਪਤੀ ਦੇਵ ਦੀ ਆਰਤੀ ਉਤਾਰਨ ਲੱਗੀ। ਪਹਿਚਾਣ ਦੇ ਵਿੱਚ ਮੁਸ਼ਕਿਲ ਆਈ ਤਾਂ ਕਹਿੰਦੇ ਸੁਸ਼ੀਲਾ ਕਹਿਣ ਲੱਗੀ ਕਿ हे ਪਤੀ ਦੇਵ, हे ਸੁਦਾਮਾ ਜੀ, ਬੋਲੇ ਸੰਤ ਭਗਵਾਨ ਕੀ ਜੈ। ਸੋਚਣ ਲੱਗੇ ਕਿ ਇਹ ਕਿਸ ਪ੍ਰਕਾਰ ਹੋਇਆ। ਤਾਂ ਸੁਸ਼ੀਲਾ ਕਹਿਣ ਲੱਗੀ ਕਿ हे ਪਤੀ ਦੇਵ, ਆਪ ਚਲੇ ਗਏ ਭਗਵਾਨ ਕ੍ਰਿਸ਼ਨ ਕਨਈਆ ਨੂੰ ਮਿਲਣ ਦੇ ਲਈ, ਪਰ ਜਿੰਨੇ ਦਿਨ ਤੁਸੀਂ ਉੱਥੇ ਰਹੇ ਉਹਨਾਂ ਨੇ ਇਹੋ ਜਿਹਾ ਉਪਹਾਰ ਦਿੱਤਾ ਜੋ ਇਹ ਮਹਿਲ ਦੇਖ ਰਹੇ ਹੋ, ਉਸ ਭਗਵਾਨ ਦੀ ਕਿਰਪਾ ਹੈ। ਜਿਸ ਪ੍ਰਕਾਰ ਕਹਿੰਦੇ ਰਾਤ ਦੇ ਸਮੇਂ ਬੱਦਲ ਆਉਂਦੇ ਨੇ, ਆਪਾਂ ਸੁੱਤੇ ਪਿਆਂਗੇ, ਬਾਰਿਸ਼ ਕਰਕੇ ਚਲੇ ਜਾਂਦੇ ਨੇ, ਤੇ ਸਵੇਰ ਉੱਠ ਕੇ ਆਪਾਂ ਦੇਖਦੇ ਹਾਂ ਕਿ ਕਿੰਨਾ ਬਾਰਿਸ਼ ਹੋਈ ਆ, ਕਿੰਨਾ ਮੀਂਹ ਪਿਆ। ਉਸੇ ਪ੍ਰਕਾਰ ਭਗਵਾਨ ਜਦੋਂ ਆਉਂਦੇ ਨੇ, ਬੱਦਲਾਂ ਦੇ ਸਮਾਨ ਜੀਵ ਨੂੰ ਦੇਖ ਕੇ ਚਲੇ ਜਾਂਦੇ ਨੇ। ਇਸ ਪ੍ਰਕਾਰ ਭਗਵਾਨ ਨੇ ਸੁਦਾਮਾ ਜੀ ਦਾ ਕਲਿਆਣ ਕੀਤਾ। ਬੋਲੀਏ ਕ੍ਰਿਸ਼ਨ ਕਨਈਆ ਲਾਲ ਕੀ ਜੈ ਹੋ, ਸੰਤ ਭਗਵਾਨ ਕੀ ਜੈ ਹੋ। ਆਓ ਇੱਕ ਭਜਨ, ਫਿਰ ਉਸ ਤੋਂ ਬਾਅਦ ਕਥਾ ਨੂੰ ਵਿਸ਼ਰਾਮ ਦੇ ਕੇ ਸੰਤਾਂ ਦੀ ਮਨੋਹਰ ਬਾਣੀ ਨੂੰ ਸ਼ਰਵਣ ਕਰਾਂਗੇ। ਨਹੀਂ ਜ਼ਿੰਦਗੀ ਦਾ ਕੋਈ ਵਸਾ, ਤੂੰ ਨੀਵਾਂ ਹੋ ਕੇ ਚੱਲ।